ਮਲਾਰ ਮਹੱਲਾ ਪਹਿਲਾ। ਦੁਖ ਮਹੁਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ। ਨਿਤ ਨਿਤ ਲੇਵੋ ਨਾ ਛੀਜੈ ਦੇ, ਅੰਤ ਕਾਲ ਜਮ ਮਾਰੈ ਠੇ। ਐਸਾ ਦਾਰੂ ਖਾਹੀਂ ਗਵਾਰ, ਜਿਤ ਖਾਧੈ ਤੇਰੇ ਜਾਹੇ ਵਿਕਾਰ। ਐਸਾ ਦਾਰੂ ਖਾਹੀਂ ਗਵਾਰ, ਜਿਤ ਖਾਧੈ ਤੇਰੇ ਜਾਹੇ ਵਿਕਾਰ। ਰਹਾਉ ਰਾਜ ਮਾਲ ਜੋਬਨ ਸਭ ਸ਼ਾਮ, ਰਥ ਫਿਰੰਦੈ ਦੀਸੈ ਥਾਮ। ਦੇ ਨਾ ਨਾਉ ਨਾ ਹੋਵੈ ਜਾਤ, ਉਥੈ ਦੇ ਐਥੈ ਸਭ ਰਾਤ। ਸਾਧ ਕਰ ਸਮਦਾਂ ਤ੍ਰਿਸ਼ਨਾ ਘਿਓ ਤੇਲ, ਕਾਮ ਕ੍ਰੋਧ ਅਗਨੀ ਸਿਉ ਮੇਲ। ਹੋਮ ਜਗ ਅਰ ਪਾਠ ਪੁਰਾਣ, ਜੋ ਤਿਸ ਭਾਵੈ ਸੋ ਪਰਵਾਣ। ਤਪ ਕਾਗਦ ਤੇਰਾ ਨਾਮ ਨਿਸ਼ਾਨ, ਜਿਨ ਕਉ ਲਿਖਿਆ ਇਹ ਨਿਧਾਨ। ਸੇ ਧਨਵੰਤ ਦਿਸੈ ਘਰ ਜਾਏ, ਨਾਨਕ ਜਨਨੀ ਤੰਨੀ ਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦਾ ਆਪਾਂ ਹੁਣੇ ਹੀ ਪਾਠ ਸ਼ਰਵਣ ਕੀਤਾ ਹੈ, ਇਹ ਪਾਵਨ ਸ਼ਬਦ ਰਾਗ ਮਲਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1257 ਦੇ ਉੱਪਰ ਸੁਭਾਈਮਾਨ ਹੈ। ਗੁਰਦੇਵ ਜੀ ਨੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਦਾਰੂ ਖਾਣ ਦੀ, ਦਵਾਈ ਖਾਣ ਦੀ ਪ੍ਰੇਰਨਾ ਦਿੱਤੀ ਹੈ, ਅਤੇ ਨਾਲ ਪ੍ਰੇਰਨਾ ਦਿੰਦਿਆਂ ਹੋਇਆਂ ਜੋ ਸ਼ਬਦ ਬੋਲੇ ਨੇ, ਉਹ ਵੇਖਣ ਨੂੰ ਤਾਂ ਇੰਝ ਲੱਗਦਾ ਹੈ ਜਿਵੇਂ ਬੜੇ ਸਖਤ ਨੇ। ਗਵਾਰ ਸ਼ਬਦ, ਮੂਰਖ ਸ਼ਬਦ, ਵੀ ਹੇ ਮੂਰਖ। ਜਿਵੇਂ ਘਰ ਦੇ ਵਿੱਚ ਪੁੱਤਰ ਬਿਮਾਰ ਹੋਵੇ, ਪੋਤਰਾ ਬਿਮਾਰ ਹੋਵੇ, ਛੋਟਾ ਭਰਾ ਬਿਮਾਰ ਹੋਵੇ, ਅਤੇ ਕਈ ਵਾਰੀ ਵੱਡੇ ਹੱਕ ਨਾਲ ਕਹਿੰਦੇ ਨੇ ਵੀ ਤੂੰ ਗਵਾਰ ਦਵਾਈ ਨਹੀਂ ਖਾਏਂਗਾ ਤਾਂ ਠੀਕ ਕਿੱਦਾਂ ਹੋਏਗਾ। ਅਤੇ ਉਹਨਾਂ ਦੇ ਉਹ ਗਵਾਰ ਸ਼ਬਦ ਕਹਿਣ ਪਿੱਛੇ ਕੋਈ ਗੁੱਸਾ, ਨਾਰਾਜ਼ਗੀ ਨਹੀਂ ਹੁੰਦੀ, ਬਲਕਿ ਆਪਣਤ ਹੁੰਦੀ ਹੈ ਵੀ ਮੈਂ ਤੈਨੂੰ ਠੀਕ ਕਰਨਾ ਚਾਹੁੰਦਾ ਹਾਂ। ਇਹ ਸ਼ਬਦ ਮੈਂ ਤੈਨੂੰ ਤਾਂ ਬੋਲ ਰਿਹਾ ਵਾਂ ਕਿ ਦਵਾਈ ਖਾ, ਮੈਡੀਸਨ ਲੈ ਜਾ ਕੇ, ਇੱਦਾਂ ਲੰਮੇ ਪਿਆ ਨਹੀਂ ਸਰਨਾ, ਇਹਦੇ ਨਾਲ ਰੋਗ ਤੇਰਾ ਵੱਧ ਜਾਣਾ ਹੈ, ਤੂੰ ਇਲਾਜ ਕਰਾ ਜਾ ਕੇ ਆਪਣਾ। ਹੁਣ ਗੁਰਦੇਵ ਜੀ ਨੇ ਇਸ ਸ਼ਬਦ ਵਿੱਚ ਜੋ ਸਾਨੂੰ ਸਲਾਹ ਦਿੱਤੀ ਹੈ, ਅਤੇ ਸਲਾਹ ਦਿੱਤੀ ਵੀ ਇਸ ਤਰੀਕੇ ਨਾਲ, ਰੋਹਬ ਨਾਲ, ਆਪਣਾ ਹੱਕ ਸਮਝਦੇ ਹੋਇਆਂ ਸਾਨੂੰ ਸਲਾਹ ਦਿੱਤੀ ਹੈ, ਅਤੇ ਉਹ ਸਲਾਹ ਜੇ ਅਸੀਂ ਵਾਕਿਆ ਮੰਨ ਲਈਏ, ਇਹਦੇ ਨਾਲ ਸਾਡਾ ਜੀਵਨ ਬਹੁਤ ਖੂਬਸੂਰਤ ਬਣ ਜਾਏਗਾ। ਹੁਣ ਇੱਥੇ ਸਾਹਿਬ ਫਰਮਾਉਂਦੇ ਨੇ ਐਸਾ ਦਾਰੂ। ਹੁਣ ਇੱਥੇ ਕੁਐਸਚਨ ਮਾਰਕ ਲੱਗੇਗਾ ਵੀ ਕੈਸਾ ਦਾਰੂ। ਵੈਸੇ ਦਾਰੂ ਸ਼ਬਦ ਆਮ ਅਸੀਂ ਪੁਰਾਣੇ ਸਮੇਂ 'ਚ ਬਜ਼ੁਰਗ ਆਮ ਹੀ ਆਪਣੇ ਘਰਾਂ 'ਚ ਵਰਤਦੇ ਹੁੰਦੇ ਸੀ। ਤੂੰ ਭਾਈ ਦਵਾ ਦਾਰੂ ਕਿੱਥੋਂ ਕਰਦਾ ਹੈ, ਤੂੰ ਦਾਰੂ ਕਿੱਥੋਂ ਲੈਂਦਾ ਹੈ। ਤੂੰ ਦੱਸਦਾ ਹੁੰਦਾ ਸੀ ਵੀ ਫਲਾਣੇ ਵੈਦ ਕੋਲੋਂ ਦਵਾ ਦਾਰੂ ਚੱਲਦਾ, ਬੜੀ ਦੇਰ ਦਾ ਦਵਾ ਦਾਰੂ ਚੱਲੀ ਜਾਂਦਾ ਹੈ, ਪਰ ਬਿਮਾਰੀ ਕੰਟਰੋਲ 'ਚ ਨਹੀਂ ਆ ਰਹੀ। ਸਰੀਰ ਨੂੰ ਲੱਗੀਆਂ ਹੋਈਆਂ ਬਿਮਾਰੀਆਂ ਜਿਹੜੀਆਂ ਨੇ, ਇਹਦੀ ਮੈਡੀਸਨ ਬਾਹਰ ਹੈ। ਕੰਪਨੀ ਕੋਈ ਤਿਆਰ ਕਰਦੀ ਹੈ, ਉਹਨੂੰ ਵੇਚਦਾ ਕੋਈ ਹੈ, ਦੱਸਦਾ ਕੋਈ ਹੋਰ ਹੈ, ਉਹ ਮੈਡੀਸਨ ਖਾਣ ਵਾਲਾ ਕੋਈ ਹੋਰ ਹੈ।
ਪਰ ਜਿਹੜੀਆਂ ਮਨ ਨੂੰ ਬਿਮਾਰੀਆਂ ਲੱਗੀਆਂ ਨੇ ਇਹਦੀ ਮੈਡੀਸਨ ਵੀ ਬੰਦੇ ਦੇ ਅੰਦਰ ਹੀ ਪਈ ਹੋਈ ਹੈ। ਤੁਸੀਂ ਵੇਖਿਓ ਹੁਣ ਇੱਥੇ ਜਿਹੜਾ ਦਾਰੂ ਖਾਣ ਦੀ ਗੱਲ ਕਹੀ ਹੈ ਨਾ ਮਹਾਰਾਜ ਨੇ, ਇੱਕ ਵੀ ਦਵਾਈ ਬਾਹਰ ਨਹੀਂ ਹੈ, ਕਿਉਂਕਿ ਕਿਤੇ ਇਹ ਨਾ ਗਿਲਾ ਰਵੇ ਬੰਦੇ ਨੂੰ ਵੀ ਮੈਂ ਉਹ ਦਵਾਈ ਮੇਰੀ ਪਹੁੰਚ ਤੋਂ ਹੀ ਪਰੇ ਹੈ। ਮੈਂ ਕਈ ਦਵਾਈਆਂ ਮਹਿੰਗੀਆਂ ਹੁੰਦੀਆਂ ਨੇ, ਕਈ ਮੈਡੀਸਨ ਇੰਨੀ ਮਹਿੰਗੀ ਹੁੰਦੀ ਹੈ ਵੀ ਬੰਦਾ ਇਲਾਜ ਨਹੀਂ ਕਰਾ ਸਕਦਾ, ਅਤੇ ਆਪਾਂ ਕਹਿੰਦੇ ਇਸ ਕਰਕੇ ਭਾਈ ਮੇਰੀ ਪਹੁੰਚ ਤੋਂ ਪਰੇ ਸੀ, ਇਸ ਕਰਕੇ ਮੈਂ ਇਲਾਜ ਨਹੀਂ ਕਰਾ ਸਕਿਆ। ਇੱਥੇ ਤਾਂ ਕੋਈ ਵੀ ਬਹਾਨਾ ਨਹੀਂ, ਇੱਥੇ ਆਮ ਜਨ ਸਧਾਰਨ ਬੰਦੇ ਦੀ ਪਹੁੰਚ ਵਿੱਚ ਵੀ ਇਹ ਮੈਡੀਸਨ ਹੈਗੀ ਹੈ। ਇੰਜ ਕਹਿ ਲਓ ਵੀ ਝੌਂਪੜੀ 'ਚ ਰਹਿਣ ਵਾਲਾ ਅਤੇ ਦੂਜੇ ਬੰਨੇ ਬਹੁਤ ਵੱਡੇ ਆਲੀਸ਼ਾਨ ਘਰ ਵਿੱਚ ਰਹਿਣ ਵਾਲਾ, ਉਹਦੇ ਕੋਲ ਵੀ ਉਹ ਦਵਾਈ ਹੈ ਅਤੇ ਇਹਦੇ ਕੋਲ ਵੀ ਉਹ ਦਵਾਈ ਹੈ। ਅਤੇ ਜਿੰਨੇ ਸੌਖੇ ਤਰੀਕੇ ਨਾਲ ਉਹ ਦਵਾਈ ਲੈ ਸਕਦਾ, ਉਨੇ ਸੌਖੇ ਤਰੀਕੇ ਨਾਲ ਹੀ ਝੌਂਪੜੀ ਵਾਲਾ ਲੈ ਸਕਦਾ। ਇੱਥੇ ਕੋਈ ਫਰਕ ਨਹੀਂ ਆਪਸ ਵਿੱਚ, ਬਰਾਬਰਤਾ ਹੈ, ਕਿਉਂਕਿ ਮੈਡੀਸਨ ਅੰਦਰ ਪਈ ਹੋਈ ਹੈ। ਅਜੇ ਸਰੀਰ ਨੂੰ ਲੱਗੀ ਹੋਈ ਬਿਮਾਰੀ ਦੀ ਜਿਹੜੀ ਮੈਡੀਸਨ ਹੈ ਉਹਦਾ ਅਸੀਂ ਬਹਾਨਾ ਮਾਰ ਸਕਦੇ ਹਾਂ। ਵੇਖੋ ਜੀ, ਇੰਜੈਕਸ਼ਨ ਹੀ 12-12 15-15 ਹਜ਼ਾਰ ਦਾ ਸੀ। ਅਗਲੇ ਕਹਿੰਦੇ ਸੀ ਜੀ ਇੱਕ ਦਿਨ ਦਾ ਤੁਸੀਂ ਵੈਂਟੀਲੇਟਰ 'ਤੇ ਮਰੀਜ਼ ਨੂੰ ਪਾਉਣਾ ਅਤੇ ਤੁਹਾਨੂੰ 18-20 ਹਜ਼ਾਰ ਰੁਪਈਆ ਪਰ ਡੇ ਚਾਰਜ ਕਰਨਾ ਪਵੇਗਾ, ਦੇਣਾ ਪਵੇਗਾ। ਤਾਂ ਬੰਦਾ ਡਰ ਜਾਂਦਾ ਕਈ ਵਾਰੀ ਵੀ ਇੱਕ ਇੰਜੈਕਸ਼ਨ ਜੇ 8 ਹਜ਼ਾਰ ਦਾ 12 ਹਜ਼ਾਰ ਦਾ, 10 ਦਿਨ ਕਿਤੇ ਮਰੀਜ਼ ਰਹਿ ਗਿਆ, ਸਾਡੇ ਕੋਲ ਇੰਨੇ ਪੈਸੇ ਕਿੱਥੇ ਹੈ। ਪਰ ਜਿਹੜੀ ਆਹ ਮੈਡੀਸਨ ਦੀ ਗੱਲ ਗੁਰਦੇਵ ਜੀ ਕਰ ਰਹੇ ਨੇ, ਐਸਾ ਦਾਰੂ, ਹੁਣ ਇਸੇ ਸ਼ਬਦ ਵਿੱਚ ਹੀ ਦੱਸਿਆ ਉਹ ਕੈਸਾ ਦਾਰੂ ਹੈ। ਉਹ ਦਾਰੂ ਕੀ ਹੈ? ਕਹਿੰਦੇ ਐਸਾ ਦਾਰੂ ਖਾਹੇ ਗਵਾਰ। ਹੁਣ ਗਵਾਰ ਸ਼ਬਦ ਵਰਤੇ ਵੇਖੋ, ਹੁਣ ਇੱਥੇ ਗਵਾਰ ਕਹਿਣ ਦਾ ਅਰਥ ਗੁਰੂ ਸਾਹਿਬ ਦਾ ਕੋਈ ਗੁੱਸਾ ਨਾਰਾਜ਼ਗੀ ਨਹੀਂ ਹੈ। ਉਹ ਦੱਸ ਰਹੇ ਨੇ ਵੀ ਇੱਦਾਂ ਦਾ ਦਾਰੂ ਖਾ ਗਵਾਰ, ਹੇ ਮੂਰਖ ਇਹ ਦਾਰੂ ਖਾ। ਹੁਣ ਜਿਵੇਂ ਤੁਸੀਂ ਵੇਖੋ ਗਲੀ ਦੇ ਵਿੱਚ ਤੁਰੇ ਜਾਂਦਿਆਂ ਕੋਈ ਕਿਸੇ ਨੂੰ ਮੂਰਖ ਕਹਿ ਦੇ, ਬੰਦਾ ਸਿਰ ਵੱਢਣ ਤੱਕ ਤਿਆਰ ਹੋ ਜਾਂਦਾ ਹੈ। ਪਰ ਉਹ ਸ਼ਬਦ ਪਿਤਾ ਬੋਲਦਾ ਹੈ ਅਤੇ ਉਹਦੇ ਵਿੱਚ ਆਪਣਤ ਹੈ। ਜੇ ਬੱਚਾ ਇਸ ਗੱਲ ਨੂੰ ਸਮਝੇ ਵੀ ਜੇ ਪਿਤਾ ਦਾਦੇ ਨੇ ਸ਼ਬਦ ਬੋਲੇ ਨੇ ਨਾ, ਉਹਦੇ ਇਹਨਾਂ ਸ਼ਬਦਾਂ ਪਿੱਛੇ ਵੀ ਪਿਆਰ ਛੁਪਿਆ ਹੋਇਆ। ਇੱਦਾਂ ਹੀ ਗੁਰੂ ਪਾਤਸ਼ਾਹ ਸਾਨੂੰ ਪਿਤਾ ਦੇ, ਦਾਦਾ ਜੀ ਦੇ ਹੱਕ ਦੇ ਨਾਲ ਸਾਨੂੰ ਇਹ ਸਾਰੇ ਸ਼ਬਦ ਬੋਲਦੇ ਨੇ। ਐਸਾ ਦਾਰੂ ਖਾਹੇ ਗਵਾਰ ਜਿਤ ਖਾਧੈ, ਜਿਸ ਦਾਰੂ ਨੂੰ ਖਾਣ ਨਾਲ ਤੇਰੇ ਜਾਹੇ ਵਿਕਾਰ, ਤੇਰੇ ਸਾਰੇ ਵਿਕਾਰ ਚਲੇ ਜਾਣਗੇ ਜੇ ਤੂੰ ਇਹ ਦਾਰੂ ਖਾ ਲਵੇਂਗਾ। ਤਾਂ ਸਾਰੀ ਖੇਡ ਵਿਕਾਰਾਂ ਦੀ ਹੈ। ਇਹੋ ਵਿਕਾਰ ਬੰਦੇ ਨੂੰ ਦੁਖੀ ਕਰਦੇ ਨੇ, ਕਿਉਂਕਿ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਇਹਨਾਂ ਸਾਰੇ ਪੰਜਾਂ ਨੂੰ ਇੱਕ ਇੱਕ ਹੈ, ਇਹ ਵਿਨਾਸ਼ ਹੈ। ਪਰ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕਾਸ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਵੀ ਇਸ ਐਬ ਨੇ, ਇਸ ਵਿਕਾਰਾਂ ਨੇ ਬੰਦੇ ਦੀ ਵਿਵੇਕ ਦੀ ਜਿਹੜੀ ਵਿਵੇਕ ਦਾ ਦੀਵਾ ਹੈ ਉਹਨੂੰ ਧੁੰਦਲਾ ਕਰ ਦਿੱਤਾ ਹੈ। ਬੰਦਾ ਪਰਖੀਣਾ ਹੋ ਗਿਆ। ਪਾਰਖੂ ਬਿਰਤੀ ਇਨਸਾਨ ਦੇ ਵਿੱਚੋਂ ਮੁੱਕ ਗਈ ਹੈ ਵੀ ਕਿਹੜਾ ਕੰਮ ਫਾਇਦੇ ਵਾਲਾ ਅਤੇ ਕਿਹੜਾ ਕੰਮ ਨੁਕਸਾਨ ਵਾਲਾ। ਇਹਨੂੰ ਨੁਕਸਾਨ ਵਾਲੇ ਕੰਮ ਫਾਇਦੇ ਵਾਲੇ ਲੱਗ ਰਹੇ ਨੇ ਅਤੇ ਫਾਇਦੇ ਵਾਲੇ ਕੰਮ ਇਹਨੂੰ ਨੁਕਸਾਨ ਵਾਲੇ ਲੱਗ ਰਹੇ ਨੇ। ਹੁਣ ਇੱਥੇ ਸ਼ਬਦ ਵਰਤਿਆ ਐਸਾ ਦਾਰੂ ਖਾਹੇ ਗਵਾਰ ਜਿੱਤ ਖਾਧੇ ਤੇਰੇ ਜਾਹੇ ਵਿਕਾਰ। ਹੁਣ ਵਿਕਾਰ ਮਨ ਨਾਲ ਸੰਬੰਧ ਰੱਖਦੇ ਨੇ ਅਤੇ ਇਹ ਜਿੰਨੀ ਮੈਡੀਸਨ ਹੈ ਸਾਰੀ ਮਨ ਨਾਲ ਸੰਬੰਧ ਰੱਖਦੀ ਹੈ। ਇੱਦਾਂ ਸਮਝੋ ਮਨ ਨਾਲ ਸੰਬੰਧ ਰੱਖਣ ਵਾਲੀਆਂ ਜਿੰਨੀਆਂ ਵੀ ਬਿਮਾਰੀਆਂ ਨਾ, ਇਹਨਾਂ ਦੀ ਮੈਡੀਸਨ ਬੰਦੇ ਦੇ ਅੰਦਰ ਪਈ ਹੈ। ਤਨ ਨਾਲ ਜਿਹੜੀਆਂ ਲੱਗੀਆਂ ਹੋਈਆਂ ਬਿਮਾਰੀਆਂ ਨੇ ਉਹਦੀ ਮੈਡੀਸਨ ਬਾਹਰ ਹੈ। ਕੰਪਨੀ ਕੋਈ ਤਿਆਰ ਕਰਦੀ ਹੈ ਜੀ, ਫਲਾਣੀ ਕੰਪਨੀ 'ਚੋਂ ਤਿਆਰ ਕੀਤੀ ਹੈ, ਇਹ ਫਲਾਣੇ ਦੇਸ਼ ਦੀ ਮੈਡੀਸਨ ਜਿਹੜੀ ਮੈਂ ਲੈ ਰਿਹਾ ਹਾਂ। ਵੈਸੇ ਤਾਂ ਜਦੋਂ ਤੁਸੀਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦੇ ਹੋ ਤਾਂ ਸਾਰੀ ਤਨ ਦੀ ਬਿਮਾਰੀ ਦੀ ਜੜ੍ਹ ਵੀ ਮਨ ਹੈ। ਜਦੋਂ ਮਨ ਰੋਗੀ ਹੁੰਦਾ ਉਹ ਤਨ ਰੋਗੀ ਬਾਅਦ ਵਿੱਚ ਹੁੰਦਾ ਹੈ। ਜਦੋਂ ਤੁਸੀਂ ਤੰਦਰੁਸਤ ਹੋਣਾ ਸ਼ੁਰੂ ਹੋਣਾ ਉਦੋਂ ਵੀ ਪਹਿਲਾਂ ਮਨ ਵਾਲੇ ਬੰਨਿਓ ਤੰਦਰੁਸਤ ਹੋਣਾ ਸ਼ੁਰੂ ਹੋਗਾ, ਤਾਂ ਜਾ ਕੇ ਤਨ ਤੰਦਰੁਸਤ ਹੋਏਗਾ। ਜੇ ਮਨ ਤੰਦਰੁਸਤ ਨਹੀਂ ਹੈ ਤਨ ਤੰਦਰੁਸਤ ਨਹੀਂ ਹੋ ਸਕਦਾ। ਹੁਣ ਇੱਥੇ ਮਹਾਰਾਜ ਨੇ ਸਵਾਲ ਪੈਦਾ ਕਰਤਾ, ਕਹਿੰਦੇ ਐਸਾ ਦਾਰੂ ਖਾਹੇ ਗਵਾਰ ਜਿੱਤ ਖਾਧੇ ਤੇਰੇ ਜਾਹੇ ਵਿਕਾਰ। ਹੁਣ ਇਸ ਦਾਰੂ ਵਾਸਤੇ ਵੈਦ ਕਿਹੜਾ ਚਾਹੀਦਾ? ਸਵਾਲ ਇਹ ਪੈਦਾ ਹੋ ਗਿਆ। ਹੁਣ ਇਹ ਜਿਹੜੀ ਮੈਡੀਸਨ ਮਿਲਣੀ ਹੈ ਮੈਨੂੰ, ਇਹਦਾ ਵੈਦ ਕਿਹੜਾ ਹੈ? ਤਾਂ ਹੀ ਬਾਣੀ ਚੱਕਿਆ ਸੀ ਨਾ, ਮੇਰਾ ਵੈਦ ਗੁਰੂ ਗੋਬਿੰਦਾ। ਇਸ ਮੈਡੀਸਨ ਦਾ ਵੈਦ ਗੁਰੂ ਗੋਬਿੰਦਾ ਹੈ। ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ। ਇਸ ਮੈਡੀਸਨ, ਇਸ ਦਵਾਈ ਦਾ ਜਿਹੜਾ ਵੈਦ ਹੈ ਉਹ ਮੇਰਾ ਗੁਰੂ ਹੈ। ਉਹ ਗੁਰੂ ਸਾਰਿਆਂ ਦਾ ਸਾਂਝਾ ਹੈ। ਅੱਛਾ ਵੇਖੋ ਇੱਕ ਗੱਲ ਹੋਰ ਸੁਣਿਓ, ਜਿਹੜੀ ਤਨ ਦੀ ਬਿਮਾਰੀ ਹੈ ਨਾ ਇਹਦੇ ਡਾਕਟਰ ਵੱਖਰੇ ਵੱਖਰੇ ਹੁੰਦੇ। ਕਈ ਵਾਰੀ ਫੈਮਿਲੀ ਦੇ ਵਿੱਚ ਵੀ 4-4 ਡਾਕਟਰ ਹੁੰਦੇ ਨੇ।
ਭਰਾ ਕਹਿੰਦਾ ਮੈਂ ਤਾਂ ਫਲਾਣੇ ਡਾਕਟਰ ਕੋਲੋਂ ਮੈਡੀਸਨ ਲੈਂਦਾ, ਦੂਜਾ ਭਰਾ ਕਹਿੰਦਾ ਮੈਂ ਤਾਂ ਫਲਾਣੇ ਤੋਂ ਲੈਂਦਾ, ਦਾਦਾ ਕਿਸੇ ਹੋਰ, ਕੋਈ ਟਾਵਾਂ ਪਰਿਵਾਰ ਹੁੰਦਾ ਜਿਹਦਾ ਇੱਕੋ ਫੈਮਿਲੀ ਡਾਕਟਰ ਹੁੰਦਾ। ਚਲੋ ਇੱਕ ਪਰਿਵਾਰ ਦਾ ਇੱਕ ਫੈਮਿਲੀ ਡਾਕਟਰ ਹੋ ਸਕਦਾ, ਇੱਕ ਪਰਿਵਾਰ ਦਾ ਇੱਕ ਡਾਕਟਰ ਹੋ ਸਕਦਾ, ਪਰ ਉਸ ਮੁਹੱਲੇ ਵਿੱਚ, ਉਸ ਏਰੀਏ 'ਚ ਕਿੰਨੇ ਘਰ ਰਹਿੰਦੇ ਨੇ? ਕੀ ਸਾਰਿਆਂ ਦਾ ਡਾਕਟਰ ਇੱਕ ਹੈ? ਕਿ ਸਾਰੇ ਰਿਸ਼ਤੇਦਾਰਾਂ ਦਾ ਵੀ ਡਾਕਟਰ ਇੱਕ ਹੈ? ਸਰੀਰ ਦੀਆਂ ਬਿਮਾਰੀਆਂ ਦੇ ਸਾਰਿਆਂ ਦੇ ਡਾਕਟਰ ਅਲੱਗ-ਅਲੱਗ ਨੇ, ਪਰ ਆ ਜਿਹੜੀਆਂ ਬਿਮਾਰੀਆਂ ਦੀ ਗੱਲ ਸਤਿਗੁਰ ਨੇ ਇੱਥੇ ਇਸ ਸ਼ਬਦ 'ਚ ਕੀਤੀ ਹੈ, ਕਹਿੰਦੇ ਇਹਨਾਂ ਦਾ ਵੈਦ ਇੱਕੋ ਹੀ ਹੈ। ਉਹ ਭਾਵੇਂ ਕੋਈ ਕਾਲਾ ਹੈ, ਭਾਵੇਂ ਕੋਈ ਗੋਰਾ ਹੈ, ਭਾਵੇਂ ਕੋਈ ਜੈਨੀ ਹੈ, ਭਾਵੇਂ ਕੋਈ ਬੋਧੀ ਹੈ, ਭਾਵੇਂ ਕੋਈ ਪਾਰਸੀ ਹੈ, ਕੋਈ ਵੀ ਹੈ ਕੋ। ਜੇ ਅਸੀਂ ਇਸ ਵੈਦ ਨਾਲ ਸਾਂਝ ਪਾ ਲਈਏ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖੁਦ ਮੁਖ ਦੇਵੇ, ਘਟ ਜਮ ਕੀ ਫੰਦਾ। ਹੁਣ ਉੱਥੇ ਜਮ ਕੀ ਫੰਦਾ ਆਖਿਆ, ਇੱਥੇ ਆਖਿਆ ਜਾਹੇ ਵਕਾਰ, ਇਹਦਾ ਮਤਲਬ ਵਕਾਰ ਹੀ ਜੰਮਦੇ ਫੰਦਾ ਨੇ, ਵਕਾਰ ਹੀ ਜੰਮ ਨੇ। ਹੁਣ ਕਿੰਨੇ ਸੋਹਣੇ ਤਰੀਕੇ ਨਾਲ ਸਮਝਾਇਆ। ਹੁਣ ਧੰਨ ਗੁਰੂ ਨਾਨਕ ਸਾਹਿਬ ਦਾ ਬੜਾ ਪਿਆਰਾ ਵਾਕ ਹੈ, ਉਹ ਕਹਿੰਦੇ ਵੈਦ ਬੁਲਾਇਆ ਵੈਦਗੀ। ਵੈਦ ਨੂੰ ਬੁਲਾਇਆ ਗਿਆ, ਹਕੀਮ ਮਰੀਜ਼ ਨੂੰ ਦਵਾਈ ਦੇਣ ਲਈ ਸੱਦਿਆ ਗਿਆ। ਪਕੜ ਢੰਡੋਲੇ ਬਾਂਹ। ਹੁਣ ਤੁਸੀਂ ਵੇਖਿਆ ਅੱਜ ਕੱਲ੍ਹ ਤਾਂ ਸਿਸਟਮ ਹੋ ਰਿਹਾ, ਅੱਜ ਕੱਲ੍ਹ ਤਾਂ ਅਗਲੇ ਚੈੱਕ ਕਰਦੇ ਆ ਵੀ ਫੀਵਰ ਕਿੱਦਾਂ ਚੈੱਕ ਕਰਨਾ ਹੈ, ਇਹਦੀ ਸ਼ੂਗਰ ਕਿੱਦਾਂ ਚੈੱਕ ਕਰਨੀ ਹੈ, ਉਹ ਟੈਸਟ ਲੈਂਦੇ ਨੇ, ਵੀ ਫਿਰ ਜਾ ਕੇ ਰਿਪੋਰਟ ਆਉਂਦੀ ਹੈ, ਫਿਰ ਪਤਾ ਲੱਗਦਾ ਇਹਨੂੰ ਆਹ ਬਿਮਾਰੀ ਹੈ। ਪੁਰਾਣੇ ਸਮੇਂ ਦੇ ਵੈਦ ਇੱਦਾਂ ਪਕੜ ਢੰਡੋਲੇ ਦਾ ਨਬਜ਼ ਫੜਦੇ ਹੁੰਦੇ ਸੀ, ਅਤੇ ਉਹ ਇੰਨੇ ਸਿਆਣੇ ਇੱਦਾਂ ਨਬਜ਼ ਫੜ ਕੇ ਦੱਸ ਦਿੰਦੇ ਵੀ ਰਾਤ ਨੂੰ ਖਾਣਾ ਤੂੰ ਕਾਹਦੇ ਨਾਲ ਖਾਧਾ, ਇਹਦਾ ਨਬਜ਼ ਤੋਂ ਦੱਸ ਦਿੰਦੇ ਸੀ। ਇਹਦਾ ਹੱਥ ਪਕੜ ਢੰਡੋਲੇ ਬਾਂਹ, ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ। ਪਰ ਮਹਾਰਾਜ ਕਹਿੰਦੇ ਭੋਲਾ ਵੈਦ ਨਾ ਜਾਣੇ। ਵੈਦ ਭੋਲਾ ਵਿਚਾਰਾ ਇਹ ਨਹੀਂ ਜਾਣਦਾ ਵੀ ਕਰਕ ਕਲੇਜੇ ਮਾਂ ਹੈ। ਹੁਣ ਜਿਹੜਾ ਵੈਦ ਹੈ ਉਹ ਤਾਂ ਇਹ ਦੱਸ ਸਕਦਾ ਨਾ ਪੇਟ 'ਚ ਦਰਦ ਕਿਉਂ ਹੈ, ਤੂੰ ਆਹ ਖਾਧਾ ਹੈ, ਤੈਨੂੰ ਹਜਮ ਨਹੀਂ ਹੋਇਆ। ਪਰ ਜਿਹੜਾ ਕਰਕ ਕਲੇਜੇ ਮਾਂ, ਜਿਹੜਾ ਹਿਰਦੇ ਵਿੱਚ ਸੱਚ ਨਾਲੋਂ ਵਿਛੜੇ ਹੋਣ ਦੀ ਤੜਫ ਪੀੜਾ ਅੰਦਰ, ਸਬਰ ਤੋਂ ਬਿਨਾਂ, ਦਇਆ ਤੋਂ ਬਿਨਾਂ, ਧਰਮ ਤੋਂ ਬਿਨਾਂ ਜਿਹੜਾ ਜੀਵਨ ਜੂਇਆ ਜਾ ਰਿਹਾ, ਜਿਹੜੀ ਅੰਦਰ ਵਿਛੋੜੇ ਦੀ ਤੜਫ ਹੈ, ਪੀੜਾ ਹੈ, ਉਹ ਥੋੜ੍ਹਾ ਵੈਦ ਨਬਜ਼ ਨਾਲ ਦੱਸ ਸਕਦਾ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੇ, ਕਰਕ ਕਲੇਜੇ ਮਾਂ ਹੈ। ਕਰਕ ਪੀੜ ਤੇ ਕਲੇਜੇ 'ਚ ਹੈ, ਦੁੱਖ ਦਾ ਤੇ ਦਿਲ ਹੈ, ਪ੍ਰੋਬਲਮ ਤੇ ਅੰਦਰ ਮਨ ਦੀ ਹੈ। ਇਹ ਬਾਹਰੋਂ ਇੰਜੈਕਸ਼ਨ ਲਾਈ ਜਾਂਦਾ, ਇਹ ਹੁੰਦਾ ਕਈ ਵਾਰੀ। ਤੁਸੀਂ ਵੇਖਿਓ ਕਈ ਵਾਰੀ ਨਾ ਕਈ ਮਰੀਜ਼ ਮਾਰੀ ਇਸੇ ਪੱਖੋਂ ਜਾਂਦੇ ਨੇ, ਇਲਾਜ ਹੋਰ ਹੋਈ ਜਾਂਦਾ ਅਤੇ ਉਹਦਾ ਰੋਗ ਹੋਰ ਹੁੰਦਾ। ਤੁਸੀਂ ਵੇਖੋ ਕਈ ਪਸ਼ੂਆਂ ਨਾਲ ਇੰਝ ਵਾਪਰ ਜਾਂਦਾ, ਕਈ ਬੰਦਿਆਂ ਨਾਲ ਇੰਝ ਵਾਪਰਦਾ। ਸੱਚ ਹੈ, ਉੱਥੇ ਡਾਕਟਰ ਸਾਈਡ 'ਤੇ ਉਹ ਗੱਲਾਂ ਕਰਦੇ ਆ। ਹੁਣ ਆਪਾਂ ਪਰਿਵਾਰ ਵੀ ਮਹਿਸੂਸ ਕਰ ਜਾਂਦਾ ਵੀ ਇਹ ਮਰੀਜ਼ ਕੋਲ ਆਉਂਦੇ ਜ਼ਰੂਰ ਵਾ, ਡਾਕਟਰਾਂ ਦੀਆਂ ਟੀਮਾਂ ਆਉਂਦੀਆਂ ਨੇ, ਪਰ ਪਰਾਂ ਜਾ ਕੇ ਘੁਸਰ ਪੁਸਰ ਕਰਦੇ ਆ। ਇਹਨਾਂ ਨੂੰ ਸਮਝ ਨਹੀਂ ਆ ਰਹੀ। ਕਦੀ ਕਹਿਣਗੇ ਦਿੱਲੀਓਂ ਡਾਕਟਰ ਆ ਰਿਹਾ, ਡਰਾਉਂਦੇ ਵੀ ਆ ਪਰਿਵਾਰ ਨੂੰ, ਫਲਾਈਟ 'ਤੇ ਆਏਗਾ, ਉਹਦੀ ਫਲਾਈਟ ਦਾ ਖਰਚਾ। ਹੁਣ ਜਿਹੜਾ ਬਈ ਫਸਿਆ ਵਿਚਾਰਾ, ਇੱਕੋ ਹੀ ਤਾਂ ਥਾਂ ਹੈ ਉਹ ਜਿੱਥੇ ਇਹ ਕਹਿੰਦਾ ਨਹੀਂ ਕੋਈ ਪੈਸੇ ਘੱਟ ਕਰ ਲਓ। ਹੋਰ ਤਾਂ ਬਾਕੀ ਸਾਰਿਆਂ ਥਾਵਾਂ 'ਤੇ ਬੰਦਾ ਕਹੇਗਾ ਜੀ ਆਹਦੇ ਘੱਟ ਕਰ ਲਓ, ਇੰਨਾ ਮਹਿੰਗਾ ਲਾਇਆ ਤੁਸੀਂ, ਉੱਥੇ ਉਲਟ ਕਹਿੰਦੇ ਜਾ ਕੇ। ਮਰੀਜ਼ ਬਚਣਾ ਚਾਹੀਦਾ, ਉੱਥੇ ਫਿਰ ਡਰਾਉਂਦੇ ਵੀ ਆ ਕਈ ਵਾਰੀ। ਕੁਝ ਚਾਵੇਂ ਹੁੰਦੇ ਨੇ ਜਿਹੜੇ ਐਂ ਆਪਣੇ ਆਪ ਨੂੰ ਮਹਿਸੂਸ ਕਰਦੇ ਵੀ ਨਹੀਂ ਇਹ ਵੀ ਸਾਡੇ ਵਰਗੇ ਨੇ ਭਾਈ, ਕਿੱਥੋਂ ਦੇਣਗੇ ਵਿਚਾਰੇ, ਘਰ ਬਾਹਰ ਗਿਰਵੀ ਰੱਖ ਕੇ ਦੇਣਗੇ। ਹੋਰ ਕੱਲ ਕਾਤੀ ਰਾਜੇ ਕਸਾਈ, ਐਵੇਂ ਥੋੜ੍ਹਾ ਮਹਾਰਾਜ ਨੇ ਕਹਿਤਾ ਸੀ ਕਿਤੇ ਵੀ ਅਸੀਂ ਤਾਂ ਬੱਕਰੇ ਵੱਢਣ ਵਾਲੇ ਨੂੰ ਕਸਾਈ ਕਹਿ ਛੱਡਿਆ ਕੱਲਾ। ਤੋ ਗੁਰਦੇਵ ਪਿਤਾ ਮਹਾਰਾਜ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਗੱਲਾਂ ਸਮਝਾਈਆਂ, ਬਹੁਤ ਸੋਹਣੇ ਤਰੀਕੇ ਨਾਲ ਦਲੀਲਾਂ ਦੇ ਕੇ ਸਾਨੂੰ ਸਮਝਾਇਆ। ਹੁਣ ਇੱਥੇ ਸ਼ਬਦ ਵਰਤਿਆ ਭੋਲਾ ਵੈਦ ਨਾ ਜਾਣੇ, ਕਰਕ ਕਲੇਜੇ ਮਾਹੇ। ਭੋਲਾ ਵੈਦ ਜਿਹੜਾ ਵਾ ਉਹ ਇਸ ਗੱਲ ਨੂੰ ਜਾਣਦਾ ਨਹੀਂ ਵੀ ਪੀੜਾ ਜਿਹੜੀ ਹੈ ਉਹ ਅੰਦਰ ਹੈ, ਜਿਹੜੀ ਦਰਦ ਹੈ, ਜਿਹੜੀ ਤੜਫ ਹੈ ਉਹ ਅੰਦਰ ਹੈ ਇਨਸਾਨ ਦੇ। ਹੁਣ ਭੋਲੇ ਵੈਦ ਨੂੰ ਇਹ ਨਹੀਂ ਪਤਾ ਵੀ ਪੀੜਾ ਅੰਦਰ ਹੈ ਅਤੇ ਇਲਾਜ ਤੂੰ ਬਾਹਰੋਂ ਕਰੀ ਜਾਂਦਾ ਹੈ। ਹੁਣ ਇੱਥੇ ਜਿਹੜੀ ਭਾਈ ਗੁਰਦਾਸ ਜੀ ਨੇ ਗੱਲ ਕਹੀ, ਕਹਿੰਦੇ ਰੋਗੀ ਮਾਨਸ ਹੋਏ ਕੈ ਫਿਰਦਾ ਬਾਹਲੇ ਵੈਦ ਪੁਛੰਦਾ। ਰੋਗੀ ਮਾਨਸ ਹੋਏ ਕੈ, ਜਦੋਂ ਇਨਸਾਨ ਜ਼ਿਆਦਾ ਰੋਗੀ ਹੋ ਜਾਏ ਨਾ, ਫਿਰ ਉਹ ਵੈਦ ਵੀ ਜ਼ਿਆਦਾ ਬਦਲਦਾ। ਤੁਸੀਂ ਕਦੇ ਤਜਰਬਾ ਕਰਕੇ ਵੇਖੋ, ਫਿਰ ਉਹ 10 ਦਿਨ ਇਸ ਵੈਦ ਤੋਂ ਦਵਾਈ ਖਾਂਦਾ, 10 ਦਿਨਾਂ ਬਾਅਦ ਦੂਜੇ ਕੋਲ ਚਲਾ ਜਾਂਦਾ ਹੈ। ਉਹ ਬੇਵਿਸ਼ਵਾਸੀ ਜੀ ਹੋ ਜਾਂਦੀ ਹੈ। ਜੇ ਹੋ ਸਕਦਾ ਉਹ ਉਸ ਵੈਦ ਦੀ ਦਵਾਈ ਉਹਨੂੰ ਅਸਰ ਕਰਨਾ ਸ਼ੁਰੂ ਕਰੇ, ਉਦੋਂ ਤੱਕ ਵੈਦ ਬਦਲ ਦਿੰਦਾ ਹੈ। ਰੋਗੀ ਮਾਨਸ ਹੋਏ ਕਿ ਫਿਰਦਾ ਬਾਹਲੇ ਵੈਦ ਪੁਛੰਦਾ, ਕਹਿੰਦੇ ਕੱਚੇ ਵੈਦ ਨਾ ਜਾਣਨ। ਹੁਣ ਇੱਦਾਂ ਤੁਰਿਆਂ ਜਾਂਦੇ, ਕਿਤੇ ਕੱਚੇ ਵੈਦ ਦੇ ਕੋਲ ਜਾ ਚਲਾ ਜਾਣਾ ਨੇ। ਜਦੋਂ ਵੈਦ ਬਦਲੀ ਜਾਂਦਾ, ਹੁਣ ਇਹਦੇ ਕੋਲ ਪਰਖ ਹੈ ਨਹੀਂ ਇਹਨਾਂ 'ਚੋਂ ਸਹੀ ਵੈਦ ਕਿਹੜਾ।
ਕੱਚੇ ਵੈਦ ਨਾ ਜਾਣਨੀ, ਵੇਦਨ ਦਾਰੂ ਰੋਗੀ ਸੰਦਾ। ਕੱਚੇ ਵੈਦ ਨੂੰ ਇਹ ਨਹੀਂ ਪਤਾ ਦਾਰੂ ਕੀ ਆ ਅਤੇ ਰੋਗ ਕੀ ਆ। ਉਹਨੂੰ ਕਈ ਵਾਰੀ ਨਹੀਂ ਪਤਾ ਹੁੰਦਾ, ਕੱਚੇ ਵੈਦ ਨੂੰ ਨਹੀਂ ਇਸ ਗੱਲ ਦਾ ਪਤਾ। ਉਹ ਕਈ ਵਾਰੀ ਹੋਰੋਂ ਦਾਰੂ ਰੋਗ ਹੋਰ, ਹੋਰੋਂ ਦਾਰੂ ਰੋਗ ਹੋਰ, ਰੋਗ ਹੋਰ ਵਾ ਅਤੇ ਦਾਰੂ ਹੋਰ ਦੇਈ ਜਾਂਦਾ, ਮੈਡੀਸਨ ਹੋਰ ਦੇਈ ਜਾਂਦਾ ਵਾ। ਹੋਏ ਪਚੈੜ ਦੁੱਖ ਸੰਦਾ। ਕੰਮ ਇਹ ਹੋਈ ਜਾਂਦਾ ਵੀ ਦੁੱਖ ਘਟਣ ਦੀ ਬਜਾਏ ਦੁੱਖ ਵਧੀ ਜਾਂਦਾ। ਅਤੇ ਆਪਾਂ ਵੀ ਕਹੀ ਜਾਂਦੇ ਵੀ ਹੱਦ ਹੋ ਗਈ, ਇੰਨਾ ਅਸੀਂ ਇਲਾਜ ਕਰਾ ਲਿਆ, ਫਰਕ ਕਿਉਂ ਨਹੀਂ ਪੈ ਰਿਹਾ। ਵਾਸਤਵ 'ਚ ਕੀ ਸੀ, ਵੈਦ ਨੂੰ ਤੁਹਾਡੇ ਰੋਗ ਦੀ ਸਮਝ ਨਹੀਂ ਲੱਗੀ, ਉਹ ਇਲਾਜ ਕਿਸੇ ਹੋਰ ਚੀਜ਼। ਹੁਣ ਉਹ ਆਪਣੀ ਸਮਝ ਮੁਤਾਬਕ ਇਲਾਜ ਕਰੀ ਜਾ ਰਿਹਾ, ਰੋਗ ਜਿੱਥੇ ਪਿਆ ਸੀ ਉੱਥੋਂ ਘਟਣ ਦੀ ਬਜਾਏ ਵੱਧ ਹੀ ਜਾ ਰਿਹਾ। ਹੁਣ ਇੱਥੇ ਸ਼ਬਦ ਵਰਤਿਆ ਭਾਈ ਸਾਹਿਬ ਨੇ, ਕਹਿਣਗੇ ਆਵੇ ਵੈਦ ਸੋ ਵੈਦ ਘਰ। ਹੁਣ ਇੱਥੋਂ ਤੱਕ ਸੀ ਕੱਚੇ ਵੈਦ ਦੀਆਂ ਗੱਲਾਂ। ਇਹਨੂੰ ਹੁਣ ਤੁਸੀਂ ਬਾਹਰੀ ਤੌਰ 'ਤੇ ਵੀ ਲਾ ਲਿਓ ਅਤੇ ਅੰਦਰੂਨੀ ਤੌਰ 'ਤੇ ਵੀ ਲਾ ਲਿਓ। ਅੰਦਰੂਨੀ ਤੌਰ 'ਤੇ ਵੀ ਲਾ ਲਿਓ ਵੀ ਸਾਡੇ ਲੋਕ ਪਰੇਸ਼ਾਨ ਤਾਂ ਲਾਲਚ ਕਰਕੇ ਆ, ਪਰੇਸ਼ਾਨ ਤੇ ਕਾਮ ਵਾਸ਼ਨਾਵਾਂ ਕਰਕੇ ਆ, ਕਲੇਸ਼ ਤਾਂ ਘਰ 'ਚ ਵਧੇ ਹੋਏ ਮੋਹ ਕਰਕੇ ਆ, ਪਕੜ ਕਰਕੇ ਆ, ਅਤੇ ਜਾਂਦੇ ਜਾ ਕੇ ਬਾਬਿਆਂ ਕੋਲ, ਬਾਬਾ ਜੀ ਕਲੇਸ਼ ਬੜਾ ਘਰ 'ਚ। ਹੁਣ ਇਹ ਇਲਾਜ ਹੈ ਭਲਾ ਉਹਦੇ ਕੋਲ, ਤੁਹਾਡਾ ਘਰ, ਤੁਹਾਡੇ ਘਰ ਦੀ ਲੜਾਈ ਦਾ ਇਲਾਜ ਉਹਦੇ ਕੋਲ ਕਿੱਦਾਂ? ਤੁਹਾਡੇ ਘਰ 'ਚ ਪਈ ਹੋਈ ਲੜਾਈ ਦਾ ਇਲਾਜ ਵੀ ਤੁਹਾਡੇ ਕੋਲ ਹੀ ਆ। ਤੁਸੀਂ ਪਹਿਲਾਂ ਇੱਦਾਂ ਨੋਟ ਕਰੋ ਵੀ ਕਿਹੜੀ ਗੱਲ ਤੋਂ ਲੜਾਈ ਹੁੰਦੀ ਹੈ, ਮੈਂ ਉਹ ਚੀਜ਼ਾਂ ਕੰਟਰੋਲ ਕਰਾਂ। ਜਿਵੇਂ ਰੋਗ ਬਾਰੇ ਨਹੀਂ ਆਪਾਂ ਕਹਿੰਦੇ ਵੀ ਆਹ ਚੀਜ਼ ਖਾਣ ਨਾਲ ਰੋਗ ਵੱਧਦਾ ਹੈ, ਉਹ ਬੰਦਾ ਉਹਦਾ ਪਰਹੇਜ਼ ਕਰਦਾ, ਕੰਟਰੋਲ ਕਰਦਾ ਵੀ ਨਹੀਂ ਹੁਣ ਬਸ, ਹੁਣ ਮੇਰੀ ਸ਼ੂਗਰ ਵਧੀ ਹੋਈ ਹੈ, ਹੁਣ ਜਲੇਬ ਨਹੀਂ ਖਾਣੇ, ਹੁਣ ਮਿੱਠਾ ਨਹੀਂ ਖਾਣਾ, ਹੁਣ ਮੈਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਕਰਦਾ। ਚਾਹ ਬਣਦੀ 'ਚ ਅਗਲੇ ਦੇ ਘਰ ਪਹਿਲਾਂ ਕਹਿੰਦਾ ਫਿੱਕੀ ਬਣਾਓ ਮੇਰੇ ਲਈ, ਅਗਲੇ ਮਿੱਠੀ ਬਣਾ ਕੇ ਵੀ ਲੈ ਆਉਣ, ਕਹਿੰਦਾ ਨਹੀਂ ਕੀਤਾ ਨਾ, ਪਤਾ ਹੈ ਨਾ। ਉਹ ਅਗਲੇ ਕਹਿੰਦੇ ਪੀ ਲਓ, ਜਾਂ ਇੱਦਾਂ ਵੀ ਕਈ ਕਹਿਣਗੇ ਖਾ ਲਓ ਕੁਝ ਨਹੀਂ ਹੁੰਦਾ, ਕਈ ਇੱਦਾਂ ਜਿੱਦ ਕਰਨਗੇ ਉਹ ਖਾ ਲਓ ਕੁਝ ਨਹੀਂ ਹੁੰਦਾ, ਇੱਕ ਦਿਨ ਦੇ ਖਾਣ ਨਾਲ ਕੁਝ ਨਹੀਂ ਹੁੰਦਾ। ਉਹ ਅੱਗੇ ਹੱਸ ਕਹਿੰਦਾ ਹੋਣਾ ਕੀ ਆ, ਤੁਸੀਂ ਤਾਂ ਲੋਈ ਲੈ ਕੇ ਆਉਣਾ ਮੁੜ ਕੇ, ਤੁਹਾਨੂੰ ਥੋੜ੍ਹਾ ਕੁਝ ਹੋਣਾ। ਤੁਸੀਂ ਕਹਿਣਾ ਘਰ 'ਚ ਨਹੀਂ ਹੈਗੀ ਤਾਂ ਉੱਥੋਂ ਦੁਕਾਨ ਤੋਂ ਲੈ ਆਓ, ਤੁਸੀਂ ਤਾਂ ਲੋਈ ਲਿਆ ਕੇ ਉੱਤੇ ਪਾ ਦੇ, ਹੋਣਾ ਕੀ ਆ, ਤੁਹਾਨੂੰ ਥੋੜ੍ਹਾ ਕੁਝ ਹੋਣਾ, ਮੈਨੂੰ ਪਤਾ ਮੈਂ ਕਿੱਦਾਂ ਜੰਗ ਲੜਨ ਡਿਆ। ਬਸ ਇਹਨੂੰ ਕਹਿੰਦੇ ਆਪਣੇ ਮਨ ਨਾਲ ਜੰਗ ਕਰਨੀ, ਆਪਣੇ ਮਨ ਨਾਲ ਜੰਗ ਕਰਨੀ। ਹੁਣ ਵੈਦ ਹੋਰ ਦੱਸੀ ਜਾਂਦਾ ਹੈ, ਰੋਗ ਹੋਰ ਹੈ। ਜਿਹੜਾ ਰੋਗ ਹੈ ਆਪਣੀ ਜਗ੍ਹਾ ਵੱਧ ਜਾਂਦਾ। ਹੁਣ ਰੋਗ ਕਦਾ, ਰੋਗ ਅਤੇ ਵਿਕਾਰਾਂ ਦਾ ਅੰਦਰ, ਇਲਾਜ ਅਸੀਂ ਹੋਰ ਕਰੇ। ਇਲਾਜ ਹੈ ਉੱਥੇ ਮੱਸਿਆ ਨਾ ਆਓ, ਉੱਥੇ ਪੁੰਨਿਆ ਨਾ ਆਓ, ਇੱਥੇ ਟੋਭੇ 'ਚ ਇਸ਼ਨਾਨ ਕਰਿਓ, ਉੱਥੇ ਖਲੋ ਕੇ ਪਾਠ ਕਰ ਲਓ, ਚਲੀਏ ਕੱਟੀ ਜਾਓ। ਇੱਥੋਂ ਦੇ ਰੋਗ ਵਧੀ ਜਾਂਦੇ, ਇਹ ਰੋਗ ਹੋਰ ਵੱਧਦੇ ਜਾ ਰਹੇ ਨੇ। ਇਹਨੂੰ ਹੁਣ ਤੁਸੀਂ ਦੁਨਿਆਵੀ ਤੌਰ 'ਤੇ ਵੀ ਲਾ ਲਓ। ਹੁਣ ਮੰਨ ਲਓ ਕਿਸੇ ਬੰਦੇ ਦੇ ਅੰਦਰ ਪਿੱਤੇ 'ਚ ਪੱਥਰੀ ਹੋਵੇ, ਗੁਰਦੇ 'ਚ ਪੱਥਰੀ ਹੋਵੇ, ਡਾਕਟਰ ਦਰਦ ਦੀ ਉੱਦਾਂ ਵਕਤੀ ਤੌਰ 'ਤੇ ਮੈਡੀਸਨ ਦੇਈ ਜਾਵੇ, ਪੇਨ ਕਿਲਰ ਦੇਈ ਜਾਵੇ, ਉਹ ਤਾਂ ਸਿੱਧਾ ਲੀਵਰ 'ਤੇ ਅਸਰ ਕਰੇਗੀ, ਸਗੋਂ ਉਹ ਤਾਂ ਹੋਰ ਡੈਮੇਜ ਕਰੇਗੀ। ਸਿਆਣਾ ਡਾਕਟਰ ਕਹਿੰਦਾ ਨਾ ਪਹਿਲਾਂ ਰਿਪੋਰਟ ਕਰਾਈਏ, ਆਪਾਂ ਪਤਾ ਤਾਂ ਲੱਗੇ ਵੀ ਬਿਮਾਰੀ ਹੈ ਕਾਹਦੀ ਹੈ, ਇਹ ਦਰਦ ਹੈ ਕਾਹਦੀ ਹੈ। ਹੁਣ ਜਦੋਂ ਸਿਆਣੇ ਵੈਦ ਨਾਲ ਵਾਹ ਪਿਆ, ਅਤੇ ਸਿਆਣੇ ਵੈਦ ਨੇ ਕੀ ਕੀਤਾ, ਆਵੇ ਵੈਦ ਸੁਵੈਦ ਘਰ। ਦੱਸੇ ਦਾਰੂ ਰੋਗ ਲਹੰਦਾ, ਉਹਨੇ ਦਾਰੂ ਦੱਸਿਆ, ਕਹਿੰਦਾ ਇਹਦੇ ਨਾਲ ਰੋਗ ਲੈ ਜਾਊਗਾ, ਪਰ ਆਹ ਕੁਝ ਸ਼ਰਤਾਂ ਨੇ। ਮੇਰਾ ਵੈਦ ਗੁਰੂ ਗੋਬਿੰਦ ਦਾ, ਉਹਨੇ ਸ਼ਰਤਾਂ ਦੱਸੀਆਂ। ਉਹਨੇ ਪਹਿਲੀ ਸ਼ਰਤ ਦੱਸੀ, ਕਹਿੰਦੇ ਤੂੰ ਆਹ ਚੀਜ਼ਾਂ ਖਾਣੀਆਂ ਨੇ ਅਤੇ ਆਹ ਚੀਜ਼ਾਂ ਨਹੀਂ ਖਾਣੀਆਂ। ਸਤ ਸੰਤੋਖ ਦਇਆ ਧਰਮ ਧੀਜ ਮੁਤਾਬਕ ਜ਼ਿੰਦਗੀ ਜੂਈ, ਇਹ ਤੇਰੀ ਮੈਡੀਸਨ ਹੀ। ਅਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਗੈਬ ਬਣਾ ਕੇ ਰੱਖੀ, ਇਹ ਤੇਰਾ ਪਰਹੇਜ਼ ਹੀ। ਇਹ ਉਹਨੇ ਇਲਾਜ ਦੇ ਦਿੱਤਾ। ਹੁਣ ਮੇਰਾ ਤਾਂ ਫਰਜ਼ ਬਣਦਾ ਸੀ ਨਾ ਵੈਦ ਦੀ, ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦ ਦਾ ਹੈ। ਐਸਾ ਦਾਰੂ ਖਾਹੇ ਗਵਾਰ ਹੈ। ਹੁਣ ਵੈਦ ਗੁਰੂ ਗੋਬਿੰਦਾ ਦੀ ਗੱਲ ਮੰਨਣੀ ਸੀ ਨਾ। ਉਹਨੇ ਕਹਿੰਦਾ ਆਹ ਪਰਹੇਜ਼ ਹੀ, ਆਹ ਇਹਦਾ ਇਲਾਜ, ਆਹ ਖਾਣਾ ਕੀ ਹੈ, ਸਤ ਸੰਤੋਖ ਦਇਆ ਧਰਮ ਧੀਰਜ। ਇਹ ਪੰਜ ਤੇਰੀ ਖੁਰਾਕ ਹੈ। ਮਨ ਨੂੰ ਇਹ ਖੁਰਾਕ ਦੇਈ, ਤਗੜਾ ਹੋ ਜਾਣਾ ਮਨ ਤੇਰਾ। ਫਿਰ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ। ਅਤੇ ਜੇ ਤੂੰ ਇਹਨਾਂ ਜਿਹੜੀਆਂ ਚੀਜ਼ਾਂ ਖਾਣ ਵਾਸਤੇ ਗੁਰੂ ਨੇ ਕਹੀਆਂ ਉਹ ਛੱਡਤੀਆਂ, ਜਿਹੜੀਆਂ ਖਾਣ ਲਈ ਰੋਕਿਆ ਸੀ ਉਹ ਖਾ ਲਈਆਂ, ਉਹ ਫਿਰ ਕੀ ਹੋਏਗਾ, ਇੱਕ ਆਪੀ ਨੇ ਪਤਲੀ ਸਹਿ ਕੇ ਰੇ ਬੋਲਾ। ਆਪਾਂ ਬਾਬੇ ਫਰੀਦ ਦਾ ਸ਼ਬਦ ਪੜ੍ਹਿਆ ਵੀ ਉਹ ਪਤਲੀ ਕਮਜ਼ੋਰ ਹੋ ਗਈ, ਫਿਰ ਉਹ ਬੰਦਾ ਰੋਗ ਵੱਧਦਾ ਗਿਆ ਅਤੇ ਨਿਰਬਲ ਹੋ ਗਈ। ਫਿਰ ਦੁੱਧਾ ਥਣੀ ਨਾ ਹੋਈ, ਫਿਰ ਥੋੜ੍ਹਾ ਤੂੰ ਸਾਹਿਬ ਦੇ ਮਿਲਾਪ ਵਾਲਾ ਤੇਰੇ 'ਤੇ ਉਹ ਜੋਬਨ ਥੋੜ੍ਹਾ ਹੋਣਾ ਤੇਰੇ 'ਤੇ। ਫਿਰ ਤੂੰ ਅਭਾਗਣ ਹੋ ਕੇ ਜ਼ਿੰਦਗੀ ਜੂਏਂਗੀ। ਆਵੇ ਵੈਦ ਸੋ ਵੈਦ ਘਰ, ਦੱਸੇ ਦਾਰੂ ਰੋਗ ਲਹੰਦਾ। ਫਿਰ ਅੱਗੇ ਕਹਿੰਦੇ ਨੇ ਸੰਜਮ ਰਹੇ ਨਾ ਖਾਏ ਪਥ। ਉਹਨੇ ਕਿਹਾ ਸੀ ਆਹ ਨਾ ਖਾਣ। ਮੰਨ ਲਓ ਕਿਸੇ ਬੰਦੇ ਨੂੰ ਖਾਂਸੀ ਹੋਵੇ, ਖੂੰ ਖੂੰ ਕਰੀ ਜਾਂਦਾ ਹੋਵੇ, ਡਾਕਟਰ ਨੇ ਕਿਹਾ ਹੋਵੇ ਖੱਟਾ ਨਾ ਖਾਈ, ਅਚਾਰ ਦੇ ਨਾਲ ਅਚਾਰ ਲਾ ਕੇ ਨਾ ਜਾਈ, ਠੰਡਾ ਪਾਣੀ ਨਾ ਪੀਵੀਂ, ਚਾਵਲ ਨਾ ਖਾਈ। ਉਹਨੇ ਪਰਹੇਜ਼ ਕਰ ਲਈ, ਦੱਸਦਾ ਆਹ ਚੀਜ਼ਾਂ ਨਾ ਖਾਈ।
ਹੁਣ ਬੰਦਾ ਚਾਵਲ ਵੀ ਖਾਈ ਜਾਵੇ, ਠੰਡਾ ਪਾਣੀ ਵੀ ਪੀ ਜਾਵੇ, ਅਚਾਰ ਵੀ ਖਾਈ ਜਾਵੇ, ਸੰਜਮ ਰਹੇ ਨਾ, ਸੰਜਮ 'ਚ ਨਹੀਂ ਰਿਹਾ। ਸੰਜਮ ਰਹੇ ਨਾ, ਖਾਏ ਪਥ। ਖਾਏ ਪਥ ਦਾ ਅਰਥ ਜੋ ਆਇਆ, ਜੋ ਡਾਕਟਰ ਨੇ ਰੋਕਿਆ ਸੀ ਸਭ ਖਾਈ ਗਿਆ। ਖੱਟਾ ਖੱਟਾ ਮਿੱਠਾ ਸਾਉ ਚੁਕੰਦਾ, ਜੋ ਖੱਟਾ ਮਿੱਠਾ ਡਾਕਟਰ ਨੇ ਰੋਕਿਆ ਸਭ ਖਾਈ ਗਿਆ। ਕਹਿੰਦੇ ਦੋਸ਼ ਨਾ ਦਾਰੂ ਵੈਦ ਨੂੰ। ਹੁਣ ਇਹ 'ਚ ਦੋਸ਼ ਦਾਰੂ ਨੂੰ ਤੇ ਵੈਦ ਨੂੰ ਹੈਗਾ ਭਲਾ? ਨਾ ਦਾਰੂ ਨੂੰ ਜਿਹੜੀ ਉਹਨੇ ਦਿੱਤੀ ਦਵਾਈ, ਨਾ ਉਹਦਾ ਕਸੂਰ ਹੈ ਤੇ ਨਾ ਵੈਦ ਦਾ ਕਸੂਰ ਹੈ। ਦੋਸ਼ ਨਾ ਦਾਰੂ ਵੈਦ ਨੂੰ। ਵਿਣ ਸੰਜਮ, ਵਿਣ ਸੰਜਮ, ਸਾਰਾ ਠੀਕ ਤੇ ਸੰਜਮ ਨੇ ਕਰਨਾ ਸੀ ਜੋ ਨਹੀਂ ਕਰ ਪਾਏ। ਸਾਰਾ ਠੀਕ ਤਾਂ ਸਾਨੂੰ ਸੰਜਮ ਨੇ ਕਰਨਾ। ਕਈ ਵੇਖਿਆ ਤੁਸੀਂ ਕਿੱਦਾਂ, ਤੁਸੀਂ ਮਾਫ਼ ਕਰਨਾ, ਕਿਸੇ ਵਿਆਹ 'ਚ 200 ਬੰਦਾ ਇਕੱਠਾ ਹੋਇਆ ਨਾ, 200 ਦੇ 200 ਬੰਦੇ ਨੂੰ ਪੁੱਛ ਕੇ ਵੇਖ ਲਓ, ਹਰ ਇੱਕ ਨੇ ਕੋਈ ਨਾ ਕੋਈ ਬਿਮਾਰੀ ਗਨਾਉਣੀ ਹੈ। ਮਿਰਚ ਆ ਵੀ ਨੁਕਸ ਹੈ, ਮਿਰਚ ਆ ਵੀ ਨੁਕਸ ਹੈ, ਆ ਵੀ ਨੁਕਸ ਹੈ, ਅਸੀਂ ਸਵੇਰੇ ਟੈਸਟ ਕਰਾ ਕੇ ਆਏ ਹਾਂ, ਕੱਲ੍ਹ ਟੈਸਟ ਕਰਾਇਆ, ਕੱਲ੍ਹ ਨੂੰ ਰਿਪੋਰਟ ਮਿਲਣੀ ਹੈ, ਆ ਵਿੱਚ ਸੰਡੇ ਆ ਗਿਆ, ਮੰਡੇ ਨੂੰ ਰਿਪੋਰਟ ਮਿਲਣੀ ਹੈ ਸਾਨੂੰ। ਅਜੇ ਸਾਰੇ ਬਿਮਾਰ ਨੇ। ਜੇ ਸਾਰੇ ਬਿਮਾਰ ਨੇ, ਇਹ 15 ਕਿਲੋ ਗੁਲਾਬ ਜਾਮੁਨ, 10 ਕਿਲੋ ਬਰਫੀ, ਪਕੌੜੇ ਦੇ ਢੇਰ ਲੱਗੇ ਸੀ, ਇਹ ਸਾਰੇ ਸਟਾਲ ਖਾਲੀ ਕੌਣ ਕਰ ਗਿਆ? ਬੰਦੇ ਨੇ ਸਾਰੇ ਬਿਮਾਰ ਆਏ ਸੀ। ਠੀਕ ਤੇ ਕਿਸੇ ਨੇ ਵੀ ਨਹੀਂ ਕਿਹਾ ਮੈਂ ਆਪਣੇ ਵੀ ਠੀਕ ਹਾਂ, ਜਾਨੀ ਕਿ ਬਿਮਾਰ ਸੀ। ਡਾਕਟਰ, ਮੈਂ ਕਦੀ ਕਦੀ ਸੋਚਦਾ ਹੁੰਦਾ ਜੇ ਕਿਤੇ ਡਾਕਟਰ ਆ ਵਿਆਹ ਸ਼ਾਦੀਆਂ ਜਦੋਂ ਅਟੈਂਡ ਕਰਦੇ ਆ, ਜਿਹੜਾ ਮਰੀਜ਼ ਸਵੇਰੇ ਉਹਦੇ ਕੋਲ ਚੈੱਕ ਕਰਾ ਕੇ ਆਇਆ ਨਾ, ਜਦੋਂ ਉਹਦੇ ਸਾਹਮਣੇ ਦਾ ਜਾ ਕੇ ਵੇਖਣਾ, ਉਹ ਕਹੇਗਾ ਤੂੰ ਨਹੀਂ ਠੀਕ ਹੋ ਸਕਦਾ ਭਾਈ, ਆ ਤੇਰੀ ਪਲੇਟ ਤਾਂ ਸੁਮੇਰ ਪਰਬਤ ਬਣੀ ਪਈ ਹੈ, ਤੂੰ ਜਗ੍ਹਾ ਹੀ ਨਹੀਂ ਖਾਲੀ ਛੱਡੀ ਇਹ 'ਚ। ਸੋਚ ਕੇ ਵੇਖ ਵੀ ਇੰਨਾ ਰਾਸ਼ਨ ਜਦੋਂ ਤੇਰੇ ਅੰਦਰ ਜਾਏਗਾ ਤੇਰੀ ਹਾਲਤ ਕੀ ਕਰੇਗਾ ਭਲਾ। ਮਾਫ਼ ਕਰਨਾ ਸਾਧ ਸੰਗਤ ਜੀ, ਸੱਚ ਹੈ। ਸਿਆਣੇ ਦਾ ਕਹਾਣੀ ਸੀ ਨਾ ਵੀ ਘੱਟ ਖਾਧੇ ਦਾ ਤੇ ਘੱਟ ਬੋਲੇ ਦਾ ਕਦੀ ਜ਼ਿੰਦਗੀ 'ਚ ਨੁਕਸਾਨ ਨਹੀਂ ਹੁੰਦਾ। ਵੱਧ ਬੋਲੇ ਦਾ ਵੀ ਤੇ ਵੱਧ ਖਾਧੇ ਦਾ ਵੀ ਨੁਕਸਾਨ ਹੈ। ਘੱਟ ਖਾਧੇ ਦਾ ਕਿੰਨਾ ਕੁ ਨੁਕਸਾਨ ਹੋਏਗਾ ਤੁਸੀਂ ਕਦੀ ਵੇਖੋ। ਘੱਟ ਖਾਣ ਨਾਲ, ਡਾਕਟਰਾਂ ਨੂੰ ਪੁੱਛ ਕੇ ਵੇਖੋ, ਘੱਟ ਖਾਣ ਨਾਲ ਬਹੁਤ ਘੱਟ ਲੋਕ ਬਿਮਾਰ ਹੁੰਦੇ ਨੇ, ਵੱਧ ਖਾਣ ਨਾਲ ਜ਼ਿਆਦਾ ਬਿਮਾਰ ਹੁੰਦੇ ਨੇ। ਡਾਕਟਰ ਤਾਂ ਰੋਕਦੇ ਹੀ ਨੇ ਨਾ, ਬਹੁਤ ਘੱਟ ਮਰੀਜ਼ਾਂ ਨੂੰ ਕਹਿੰਦੇ ਆਹ ਖਾਇਆ ਕਰੋ, ਆਹ, ਉਹ ਕਹਿੰਦੇ ਬਸ ਜੋ ਖਾਧਾ ਇਹ 'ਤੇ ਕੰਟਰੋਲ। ਉਹ ਐਕਸੀਲੇਟਰ 'ਤੇ ਪੈਰ ਰੱਖਣ ਲਈ ਕੋਈ ਡਾਕਟਰ ਨਹੀਂ ਕਹਿੰਦਾ, ਬ੍ਰੇਕ 'ਤੇ ਪੈਰ ਰੱਖਣ ਲਈ ਸਾਰੇ ਕਹਿੰਦੇ ਆ। ਉਹ ਕਹਿੰਦੇ ਬ੍ਰੇਕ 'ਤੇ ਪੈਰ ਰੱਖ ਲਾ ਜੇ ਬਚਣੇ ਜੇ। ਤੁਸੀਂ ਤਾਂ ਐਕਸੀਲੇਟਰ ਨੱਪਿਆ ਪਿਆ ਸਾਰਾ, 60 ਸਾਲ ਤੇਰੀ ਉਮਰ ਹੈ, ਤੂੰ ਤਾਂ ਇਹੋ ਜਿਹਾ ਐਕਸੀਲੇਟਰ ਨੱਪਿਆ ਪਿਆ, ਤੂੰ ਤਾਂ ਕਹਿੰਦਾ ਗੱਡੀ ਪਹਾੜ ਚੜ੍ਹ ਦੂੰ ਮੈਂ। ਵੀਲ ਚੇਅਰ 'ਤੇ ਕਈਆਂ ਨੂੰ ਗੁਰਦੁਆਰੇ ਲੈ ਕੇ ਆਉਂਦੇ ਆ, ਪਕੌੜਿਆਂ ਦੀ ਪਲੇਟ ਭਰ ਕੇ ਅੱਗੇ ਰੱਖੀ ਹੁੰਦੀ ਹੈ। ਹੁਣ ਕਹਿ ਰਹੀ ਆ ਨਾ ਬੰਦੇ ਨਾਲ, ਲੱਕ ਨਾਲ ਬੱਬ ਨਹੀਂ ਬੰਦਿਆ ਬੰਦੇ ਨੇ। ਇਹੋ ਜਿਹੇ ਬੰਦੇ ਨੂੰ ਸੋਚਣਾ ਚਾਹੀਦਾ ਜਿਹੜਾ ਵੀਲ ਚੇਅਰ 'ਤੇ ਬੈਠਾ, ਜੇ ਉਹਦੇ ਗਾੜੀ ਪਕੌੜਿਆਂ ਦੀ ਪਲੇਟ ਭਰ ਕੇ ਰੱਖਣ ਨਾ, ਉਹਨੂੰ ਸੋਚਣਾ ਚਾਹੀਦਾ ਵੀ ਇਹ ਮੈਨੂੰ ਮਾਰਨਾ ਚਾਹੁੰਦੇ ਆ, ਇਹ ਚਾਹੁੰਦੇ ਗਲੋਂ ਲੈ ਜੇ ਛੇਤੀ, ਵੀ ਬਹਾਨਾ ਵੀ ਨਾ ਬਣੇ, ਵੀ ਆਖਣਾ ਵੀ ਨਾ ਪਵੇ, ਕਿਸੇ ਨੂੰ ਕਹਿਣਾ ਵੀ ਨਾ ਪਵੇ, ਕੋਈ ਸਲਫਾਤ ਦੀ ਗੋਲੀ ਵੀ ਨਾ ਦੇਣੀ ਪਵੇ, ਇੱਦਾਂ ਹੀ ਸੁੱਤਾ ਹੀ ਸੌਂ ਜੇ। ਹੁਣ ਇਹ ਗੱਲਾਂ ਬਾਹਰ ਦੀਆਂ ਨਹੀਂ ਗਈਆਂ, ਗੱਲ ਕਾਹਦੀ ਸੀ ਵੀ ਅੱਜ ਸਾਡੇ ਮਨ ਨੂੰ ਰੋਗ ਕਿਉਂ ਲੱਗੇ ਪਏ। ਇੱਥੇ ਲਿਖਿਆ ਸੰਜਮ ਰਹੇ ਨਾ ਖਾਏ ਪਤ, ਖੱਟਾ ਮਿੱਠਾ ਸਾਉ ਚੁਕੰਦਾ, ਕਪਟ ਸਨੇਹੀ ਹੋਏ ਕੈ। ਅੰਦਰ ਕਪਟ ਹੈ ਪਰ ਬਾਹਰੋਂ ਸਨੇਹੀ ਹੋਏ ਕਿ ਸਾਧ ਸੰਗਤ ਵਿੱਚ ਆਏ ਬਹੰਦਾ। ਬਾਹਰੋਂ ਆਣ ਕਹਿਣਾ ਮੇਰਾ ਤਾਂ ਗੁਰੂ ਨਾਲ ਪਿਆਰ ਹੀ ਬੜਾ। ਦੁਰਮਤ ਦੂਜੇ ਭਾਏ ਪਚੰਦਾ, ਦੁਰਮਤ ਦੂਜੇ ਭਾਏ ਪਚੰਦਾ, ਗੁਰੂ ਦੀ ਮੱਤ ਛੱਡ ਕੇ ਦੂਜੇ ਭਾਅ 'ਚ ਭਜਿਆ ਹੋਇਆ। ਭਾਵ ਇਸੇ ਕਰਕੇ ਅੰਦਰ ਦੇ ਰੋਗ ਠੀਕ ਨਹੀਂ ਹੋ ਰਹੇ, ਕਿਉਂਕਿ ਐਸਾ ਦਾਰੂ ਅਸੀਂ ਖਾਣ ਨੂੰ ਤਿਆਰ ਨਹੀਂ ਹੈ। ਜਿਹੜਾ ਸ਼ਬਦ ਵਰਤਿਆ, ਐਸਾ ਦਾਰੂ ਖਾਹੇ ਗਵਾਰ, ਜਿਤ ਖਾਧੇ ਤੇਰੇ ਜਾਹੇ ਵਿਕਾਰ। ਇੱਥੇ ਗੱਲ ਕਿੰਨੀ ਪਿਆਰੀ ਕਹੀ ਧੰਨ ਗੁਰੂ ਅੰਗਦ ਸਾਹਿਬ ਜੀ ਨੇ। ਕਹਿੰਦੇ ਵੈਦਾ ਵੈਦ ਸੋ ਵੈਦ ਤੂੰ, ਸਿਆਣਾ ਵੈਦ ਪਤਾ ਤੂੰ ਕਦੋਂ ਹੈ? ਪਹਿਲਾਂ ਰੋਗ ਪਛਾਣ। ਸਿਆਣਾ ਵੈਦ ਪਤਾ ਕਿਹੜਾ? ਪਹਿਲਾਂ ਰੋਗ ਨੂੰ ਪਹਿਚਾਣਦਾ ਵਾ। ਉਹ ਕਹਿੰਦਾ ਇਹਨੂੰ ਪੱਥਰੀ ਹੈ, ਇਲਾਜ ਉੱਦਾਂ ਕਰਦਾ। ਅਤੇ ਕੱਚੇ ਵੈਦ ਨੂੰ ਤਾਂ ਰੋਗ ਦਾ ਪਤਾ ਹੀ ਨਹੀਂ। ਉਹ ਦੁੱਖ ਦੀ ਲੱਤ ਆ, ਇਲਾਜ ਸਿਰ ਦਾ ਕਰੀ ਜਾਂਦਾ ਹੈ। ਦੁੱਖ ਦਾ ਪੇਟ ਹੈ, ਇਲਾਜ ਬਾਂਹ ਦਾ ਕਰੀ ਜਾਂਦਾ ਹੈ। ਹੁਣ ਇਹੋ ਹੀ ਹੋ ਰਿਹਾ। ਕੱਚੇ ਵੈਦ ਜਿਹੜਾ 12-15 ਹਜ਼ਾਰ ਇੱਥੇ ਲਗਾੜੇ ਸਾਹ ਤੁਰੇ ਫਿਰਦੇ ਨੇ, ਮਾਫ਼ ਕਰਨਾ, ਜਿਨ੍ਹਾਂ ਕੋਲ ਲੋਕ ਤੁਰੇ ਫਿਰਦੇ ਨੇ, ਰੋਗ ਤੇ ਪ੍ਰੋਬਲਮ, ਲੜਾਈ ਤੇ ਘਰ ਚੀਰ ਖਾਧੀ ਹੈ ਭਰਾ ਨਾਲ, ਵਧਿਆ ਹੋਇਆ ਲਾਲਚ ਤੇ ਨੋਹ ਮਾਰਨ ਨੂੰ ਤਿਆਰ ਹੈ। ਵਧੀਆ ਪੁੱਤਰਾਂ ਦੀਆਂ ਵਧੀਆਂ ਹੋਈਆਂ ਲਾਲਸਾਂ ਤੇ ਧੀਆਂ ਨੂੰ ਕੰਧਾਂ ਨਾਲ ਮਰਵਾ ਰਹੀਆਂ ਨੇ। ਆ ਜਿਹੜੇ ਲੋਕ ਕੰਧਾਂ ਨਾਲ ਚੁੱਕ ਚੁੱਕ ਕੇ ਧੀਆਂ ਨੂੰ ਮਾਰੇ, 6 ਮਹੀਨੇ ਦੀ ਧੀ ਨੂੰ ਚੁੱਕ ਕੇ ਕੰਧ ਨਾਲ ਮਾਰਿਆ, ਇਹ ਕੌਣ ਲੋਕ ਨੇ ਜਿਹੜੇ ਸਾਧਾਂ ਕੋਲੋਂ ਜਾ ਕੇ ਪੁੱਤ ਮੰਗਦੇ ਨੇ? ਹੁਣ ਰੋਗ ਹੋਰ ਸੀ, ਸਮਝਾਉਣਾ ਤੇ ਇਹ ਚਾਹੀਦਾ ਸੀ ਭਾਈ ਧੀ ਪੁੱਤ ਬਰਾਬਰ ਹੈ। ਨਾ ਵੀ ਕੋਈ ਔਲਾਦ ਹੋਵੇ ਤਾਂ ਸਬਰ, ਸਬਰ ਸਭ ਤੋਂ ਵੱਡੀ ਔਲਾਦ ਹੈ। ਪਰ ਚਲੇ ਗਏ ਕੱਚੇ ਵੈਦ ਕੋਲ ਨੇ ਦੱਸਿਆ ਇੱਥੇ ਮੱਸਿਆ ਨਾ ਹੋ, ਇੱਥੇ ਪੁੰਨਿਆ ਨਾ ਹੋ, ਤੇ ਪੁੱਤ ਲੈ ਜਾਓ। ਵੈਦਾ ਵੈਦ ਸੋ ਵੈਦ ਤੂੰ, ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ, ਉਹ ਦਾਰੂ ਲੱਭੀਏ
ਜਿਤ ਵੰਝੈ ਰੋਗਾਂ ਕਾਣ, ਜਿਹਦੇ ਨਾਲ ਇਹ ਰੋਗ ਖਤਮ ਹੋ ਜਾਣ। ਜਿਤ ਦਾਰੂ ਰੋਗ ਉੱਠੀਐ, ਜਿਸ ਦਾਰੂ ਦੇ ਨਾਲ ਇਹ ਰੋਗ ਖਤਮ ਹੋ ਜਾਣ। ਤਨ ਸੁਖ ਵਸੈ ਆਏ, ਤਨ ਵਿੱਚ ਸੁਖ ਆਣ ਕੇ ਵਸਣ। ਰੋਗ ਗਵਾਏ ਆਪਣਾ, ਫਿਰ ਆਪਣੇ ਅੰਦਰ ਦਾ ਰੋਗ ਗਵਾਏ ਤਾਂ ਨਾਨਕ ਵੈਦ ਸਦਾਏ। ਭਾਈ ਪਹਿਲਾਂ ਤੂੰ ਵੀ ਆਪਣੇ ਅੰਦਰ ਦਾ ਰੋਗ ਠੀਕ ਕਰ, ਵੈਦ ਤੂੰ ਆਪਣੇ ਆਪ ਨੂੰ ਠੀਕ ਕਰ, ਫਿਰ ਤੂੰ ਕਿਸੇ ਨੂੰ ਠੀਕ ਕਰਨ ਦੀ ਤਾਕਤ ਰੱਖਦਾ। ਹੁਣ ਇੱਥੇ ਸ਼ਬਦ ਵਰਤਿਆ ਐਸਾ ਦਾਰੂ ਖਾਹੇ ਗਵਾਰ। ਸਵਾਲ ਪੈਦਾ ਹੋ ਗਿਆ ਕੈਸਾ ਦਾਰੂ, ਕਹਿੰਦੇ ਆਹ ਦਾਰੂ ਹੈ। ਸੁਣਿਓ ਹੁਣ ਧਿਆਨ ਨਾਲ। ਦੁੱਖ ਮੋਹਰਾ, ਮੋਹਰਾ ਇਹਨੂੰ ਜ਼ਹਿਰ ਕਹਿੰਦੇ ਨੇ, ਸੰਖੀਆ। ਹੁਣ ਜਿਹੜੇ ਆਮ ਬੰਦੇ ਕੋਲ ਸੰਖੀਆ ਹੋਵੇ ਤਾਂ ਉਹ ਡਰੇਗਾ ਵੀ ਜ਼ਹਿਰ ਹੈ, ਪਰ ਜਦੋਂ ਕਿਸੇ ਜੋਗੀ ਨੂੰ ਮਿਲ ਜਾਂਦਾ, ਕਿਸੇ ਵੈਦ ਨੂੰ ਮਿਲ ਜਾਂਦਾ ਹੈ, ਉਹ ਸੰਖੀਏ 'ਚ ਜੜੀਆਂ ਬੂਟੀਆਂ ਪਾ ਕੇ ਉਹਦੀ ਕਈ ਪ੍ਰਕਾਰ ਦੀ ਦਵਾਈ ਤਿਆਰ ਕਰਦਾ। ਉਹਨੂੰ ਚਾਅ ਚੜ੍ਹ ਜਾਂਦਾ ਵੀ ਮੈਂ ਕਈ ਮਰੀਜ਼ ਇਹਦੇ ਨਾਲ ਠੀਕ ਕਰਨੇ ਆ। ਕਹਿੰਦੇ ਦੁੱਖ ਮੋਹਰਾ, ਇਨਸਾਨ ਦੇ ਜੀਵਨ ਜਿਹੜੇ ਦੁੱਖ ਨੇ ਨਾ, ਇਹ ਮੋਹਰੇ ਦਾ ਕੰਮ ਕਰਦੇ ਆ। ਇਹ ਜ਼ਹਿਰ ਹੈ ਜਿਹੜਾ ਬੰਦੇ ਨੂੰ ਹੌਲੀ ਹੌਲੀ ਮਾਰਦੇ ਆ। ਹੁਣ ਦੁੱਖ ਕੀ ਹੈ? ਲਾਲਚ ਦੁੱਖ ਹੈ, ਕਾਮ ਵਾਸ਼ਨਾਵਾਂ ਦੁੱਖ ਨੇ, ਵਧਿਆ ਹੋਇਆ ਮੋਹ ਪਕੜ ਇਹ ਦੁੱਖ ਹੈ। ਇਹ ਬੰਦੇ ਨੂੰ ਹੌਲੀ ਹੌਲੀ ਅੰਦਰੋਂ ਮਾਰਦੇ, ਜ਼ਹਿਰ ਆ, ਥੋੜ੍ਹਾ ਥੋੜ੍ਹਾ ਕਰਕੇ ਮਾਰਦੇ ਆ। ਦੁੱਖ ਮੋਹਰਾ ਇਹ ਇਨਸਾਨੀ ਜੀਵਨ ਲਈ ਬੜਾ ਵੱਡਾ ਜ਼ਹਿਰ ਨੇ। ਦੁੱਖ ਕਿਹੜਾ? ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਕਹਿੰਦੇ ਦੁੱਖ ਮੋਹਰਾ ਇਨਸਾਨੀ ਜੀਵਨ ਲਈ ਇਹ ਦੁੱਖ ਜ਼ਹਿਰ ਦਾ ਕੰਮ ਕਰਦੇ ਨੇ। ਇਹਨੂੰ ਹੁਣ ਆਪਾਂ ਦਵਾਈ ਤਿਆਰ ਕਰਨੀ ਹੈ। ਗੁਰੂ ਵੈਦ ਜੋ ਆ, ਮਾਰਨ ਹਰ ਨਾਮ, ਹਰੀ ਨਾਮ ਦੀਆਂ ਜੜੀਆਂ ਬੂਟੀਆਂ ਪਾ ਕੇ ਇਸ ਜ਼ਹਿਰ ਨੂੰ ਮਾਰਨਾ ਹੈ, ਇਹਨੂੰ ਖਤਮ ਕਰਨਾ ਹੈ। ਮਾਰਨ ਹਰ ਨਾਮ, ਹਰੀ ਨਾਮ ਕੀ ਹੈ? ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਗੁਰੂ ਦੀ ਮਾਤੀ ਪਰਮੇਸ਼ਰ ਦਾ ਨਾਮ ਹੈ। ਉਹਦੇ ਦੁਆਰਾ ਇਸ ਇਨਸਾਨੀ ਜੀਵਨ 'ਚ ਪੈਦਾ ਹੋਣ ਵਾਲੇ ਜਿਹੜੇ ਦੁੱਖ ਜ਼ਹਿਰ ਹੈ ਇਹਨੂੰ ਖਤਮ ਕਰਨਾ ਹੈ। ਅਤੇ ਇਹਨੂੰ ਹੁਣ ਜੜੀ ਬੂਟੀਆਂ ਤਿਆਰ, ਜਿਵੇਂ ਜੜੀਆਂ ਬੂਟੀਆਂ ਤਿਆਰ ਕਰ ਲਈ। ਵੈਦ ਕੋਲ ਨਾ ਇੱਕ ਸਿਲ ਹੁੰਦੀ ਹੈ ਪੱਥਰ ਦੀ, ਜੇ 'ਤੇ ਰੱਖ ਕੇ ਉਹ ਰਗੜਦਾ ਹੈ। ਹੁਣ ਇਹ ਸਿਲ ਕਿਹੜੀ ਹੈ? ਸਿਲਾ ਸੰਤੋਖ। ਆਪਣੀ ਜ਼ਿੰਦਗੀ 'ਚ ਸਬਰ ਲੈ ਕੇ ਆ, ਸੰਤੋਖ। ਇਹ 1257 ਨੰਬਰ ਅੰਕ 'ਤੇ ਹੈ। ਸਿਲ ਦੀ ਸੰਤੋਖ ਦੀ ਸਿਲ ਹੋਵੇ, ਭਾਵੇਂ ਸਬਰ ਥੱਲੇ ਹੋਵੇ ਅਤੇ ਦੁੱਖ ਜ਼ਹਿਰ ਹਰੀ ਦਾ ਨਾਮ ਇਹ ਰਲ ਜਾਣ ਵਿੱਚ, ਕਿਆ ਜੀਵਨ ਬਣੇਗਾ ਜੀ ਫਿਰ। ਸਿਲ ਜਾਣੀ ਕਿ ਬੰਦੇ ਕੋਲ ਸਬਰ ਹੋਵੇ। ਹੁਣ ਦੱਸੋ, ਸਬਰ ਦੀ ਸਿਲ ਲੈਣੀ ਬਾਹਰ ਲੋੜ ਪਵੇਗੀ? ਇਹ ਸਬਰ ਦੀ ਸਿਲ ਵੀ ਅੰਦਰ ਹੀ ਪਈ ਹੈ, ਅਤੇ ਜਿਹੜਾ ਦੁੱਖ ਜ਼ਹਿਰ ਉਹ ਵੀ ਅੰਦਰ ਹੀ ਪਿਆ, ਹਰੀ ਨਾਮ ਦੀ ਬੂਟੀ ਵੀ ਅੰਦਰ ਹੀ ਪਈ ਹੈ। ਸਲਾ ਸੰਤੋਖ। ਪੀਸਨ ਹੱਥ ਦਾਨ, ਪੀਸਨ ਹੱਥ ਦਾਨ ਦਾ ਅਰਥ ਕਿ ਇੱਕ ਪੱਥਰ ਉਹਨੇ ਹੱਥ 'ਚ ਫੜਿਆ ਹੁੰਦਾ ਜਿਹਦੇ ਨਾਲ ਰਗੜਦਾ। ਇਸ ਤੋਂ ਇੱਥੇ ਪੀਸਨ ਹੱਥ ਦਾਨ ਦਾ ਅਰਥ ਹੈ ਲੋਕ ਭਲਾਈ ਦੇ ਕੰਮ ਕਰਨੇ, ਲੋੜਵੰਦਾਂ ਦੀ ਹੈਲਪ ਕਰਨੀ। ਦਾਨ ਵੈਸੇ ਸਿੱਖੀ ਵਿੱਚ ਦਾਨ ਨਹੀਂ ਹੈਗਾ, ਇੱਥੇ ਕਿਸੇ ਦੀ ਹੈਲਪ ਕਰਨੀ ਹੈ। ਇੱਥੇ ਦਾਨ ਦਾ ਅਰਥ ਹੀ ਕਿਸੇ ਲੋੜਵੰਦ ਦੀ ਮਦਦ ਕਰਨੀ। ਲੋੜਵੰਦ ਦੀ ਮਦਦ ਕਰਨੀ, ਫੜਿਆ ਹੋਇਆ ਹੱਥ ਵਿੱਚ ਪੱਥਰ ਹੈ, ਅਤੇ ਜਿਹੜੀ ਸਿਲ ਦੇ ਉੱਤੇ ਰੱਖ ਕੇ ਰਗੜਨਾ ਉਹ ਸਬਰ ਹੈ। ਯਾਨੀ ਕਿ ਸਬਰ ਵਾਲਾ ਬੰਦਾ ਹੀ ਕਿਸੇ ਦੀ ਹੈਲਪ ਕਰ ਸਕਦਾ ਹੈ। ਇਹ ਜੁੜੀ ਹੋਈ ਹੈ ਗੱਲ ਆਪਸ ਵਿੱਚ। ਫਿਰ ਅੱਗੇ ਕਹਿੰਦੇ ਨੇ ਇਹ ਦਵਾਈ ਮਹਾਰਾਜ ਮੈਂ ਕਿੰਨੇ ਕੁ ਦਿਨਾਂ ਬਾਅਦ ਖਾਣੀ ਹੈ? ਜਿਵੇਂ ਡਾਕਟਰ ਨਹੀਂ ਜਾ ਕੇ ਮਰੀਜ਼ ਕੋਲ, ਡਾਕਟਰ ਨੂੰ ਜਦੋਂ ਮਰੀਜ਼ ਜਾਂਦਾ ਕਿਸੇ ਡਾਕਟਰ ਸਾਹਿਬ ਇਹ ਮੈਡੀਸਨ ਕਿੰਨੇ ਦਿਨ ਖਾਣੀ ਹੈ? ਉਹ ਕਹਿੰਦਾ ਮਹੀਨਾ ਖਾ ਲਾ, 15 ਦਿਨ ਖਾ, 2 ਮਹੀਨੇ ਖਾ, ਉਸ ਤੋਂ ਬਾਅਦ ਆਪਾਂ ਫਿਰ ਹੌਲੀ ਹੌਲੀ ਘਟਾ ਦਾਂਗੇ। ਇਹ ਮੈਡੀਸਨ ਉਲਟ ਹੈ। ਇੱਥੇ ਕਿਹਾ ਨਿਤ ਨਿਤ ਲੇਵੋ ਨਾ ਸੀਜੇ ਦੇ, ਇਹਨੂੰ ਆਖਿਆ ਨਿਤ ਲੈਣੀ ਆ। ਨਿਤ ਨਿਤ, ਜਿਵੇਂ ਨਿਤ ਨੇਮ, ਨਿਤ ਦਾ ਨੇਮ, ਨਿਤ ਨਿਤ ਲੇਵੋ ਨਾ ਸੀ, ਇਹਨੂੰ ਨਿਤ ਨਿਤ ਲਵੋਗੇ ਨਾ ਤੇ ਨਾ ਸੀਜੇ ਦੇ, ਇਹਦੇ ਨਾਲ ਤੇਰੀ ਦੇਹ ਸਿੱਝੇਗੀ ਨਹੀਂ, ਕਲਪਨਾ ਘਟੇਗੀ, ਡਿਪਰੈਸ਼ਨ ਘਟੇਗਾ। ਜਦੋਂ ਤੁਸੀਂ ਮਾੜੀ ਮਾੜੀ ਗੱਲ 'ਤੇ ਖਿੱਝ ਕੇ ਗਲ ਪੈਂਦੇ ਹੋ ਕਿਸੇ ਦੇ, ਇਹ ਘਟੇਗਾ। ਸਾਡਾ ਮਾੜੀ ਜਿਹੀ ਗੱਲ 'ਤੇ ਗਲ 'ਚ ਰੱਸਾ ਪਾਉਣ ਦੀਆਂ ਗੱਲਾਂ ਕਰਦੇ ਜੇ, ਇਹ ਘਟ ਜਾਣਗੀਆਂ। ਨਸ਼ੀਜੇ ਦੇ ਦੁਨਿਆਵੀ ਮੈਡੀਸਨ ਦਾ ਨੁਕਸਾਨ ਹੁੰਦਾ ਕਈ ਵਾਰੀ ਬੋਡੀ ਨੂੰ। ਆਪਾਂ ਕਹਿੰਦੇ ਫਲਾਣੀ ਮੈਡੀਸਨ ਲਈ ਹੈ ਅਤੇ ਉਹਦਾ ਨੁਕਸਾਨ ਹੋ ਸਕਦਾ। ਡਾਕਟਰ ਕਹਿੰਦਾ ਤੂੰ ਜ਼ਿਆਦਾ ਲੈ ਲਈਏ ਮੈਡੀਸਨ, ਲੈਣੀ ਨਹੀਂ ਚਾਹੀਦੀ। ਅੱਛਾ, ਦੁਨਿਆਵੀ ਮੈਡੀਸਨ ਬਾਰੇ ਕਈ ਵਾਰੀ ਪਾਬੰਦੀ ਵੀ ਲਾਉਂਦਾ ਹੈ ਡਾਕਟਰ। ਇਹ ਖਾਣੇ ਤੋਂ ਬਾਅਦ ਲੈਣੀ ਸੀ, ਤੁਸੀਂ ਖਾਣੇ ਤੋਂ ਪਹਿਲਾਂ ਲੈ ਲਈ। ਇਹ ਦਿਹਾੜੀ 'ਚ 2 ਵਾਰ ਲੈਣੀ, ਤੁਸੀਂ 3 ਵਾਰ ਇਹ ਮੈਡੀਸਨ ਲੈ ਲਈ, ਨੁਕਸਾਨ ਕਰੇਗਾ ਤੁਹਾਡਾ। ਅਤੇ ਕਮਾਲ ਦੀ ਗੱਲ, ਦੁਨਿਆਵੀ ਮੈਡੀਸਨ ਬਣਾਉਣ ਲੱਗਿਆਂ ਕੰਪਨੀ ਉੱਪਰ ਲਿਖਦੀ ਹੈ ਜੇ 2019 'ਚ ਬਣੀ ਹੈ ਅਤੇ 2021 'ਚ ਐਕਸਪਾਇਰ ਹੋ ਜਾਣੀ ਹੈ, ਐਕਸਪਾਇਰੀ ਡੇਟ ਹੈ। ਭਾਵੇਂ ਤੁਹਾਡੇ ਘਰ 'ਚ ਮੈਡੀਸਨ ਡੱਬਿਆਂ ਦੇ ਡੱਬੇ ਪਏ ਨੇ, ਉਹ ਕਹਿੰਦੇ ਹੁਣ ਇਹ ਬੇਕਾਰ ਹੋ ਗਈ ਹੈ, ਇਹ ਹੁਣ ਠੀਕ ਨਹੀਂ ਕਰ ਸਕਦੀ, ਪਰ ਇਸ ਮੈਡੀਸਨ ਦੀ ਕੋਈ ਐਕਸਪਾਇਰੀ ਡੇਟ ਹੀ ਹੈ ਨਹੀਂ। ਸਮਝ ਆਈ ਪਿਆਰਿਓ? ਇਹਦੀ ਕੋਈ ਐਕਸਪਾਇਰੀ ਡੇਟ ਨਹੀਂ। ਫਿਰ ਇਹਦੇ 'ਤੇ ਕੋਈ ਪਾਬੰਦੀ ਨਹੀਂ ਹੈਗੀ ਵੀ ਇਹ ਤੁਸੀਂ ਇਸ ਵਕਤ ਲੈ ਸਕਦੇ, ਇਸ ਵਕਤ ਨਹੀਂ ਲੈ ਸਕਦੇ। ਹਰ ਵਕਤ
ऊठत बैठत सोवत ध्याइए, मार्ग चलत हरे हर गाइए। नित नित लेवो ना सीजे दे, अंतकाल जम मारे ठे। जे दवाई रोज़ खाओगे अंतकाल जम मारे ठे, फिर तुहाडा अंतकाल कदी आउणा ही नहीं। तुसीं वकारां वाले बन्ने जाके मरना ही नहीं, फिर तुसीं बुराई च जाना ही नहीं। तुहाडे शरीर दे विच वकार आने ही नहीं, क्योंकि जित खादे तेरे जाए वकार है ना। क्योंकि ये इस मैडिसन का एको ही तो फायदा है भी इसदा कोई नुकसान नहीं है तुहाडी बॉडी नूं, फिर दी कोई एक्सपायरी डेट नहीं है। अंतकाल, अंतकाल मैनूं वो समा जो बदली जमीर मर लगती है, वो समा ही नहीं आना तुहाडे ते। अंतकाल जम मारे ठे, जम का डंडा नहीं खाना पवेगा। फिर अगे पातशाह जी कहते हैं राज माल जोबन सब शाम। राज, राज भाग, माल संपत्ति, जोबन जवानी, ये तिन्ने चीज़ां ये असलीयत नहीं आ, ये असलीयत का परछावां। ए ध्यान ना सुनियो साध संगत जी, ये तिन्ने चीज़ां असलीयत नहीं, असलीयत का परछावां वा। किदां? एक दरखत है बहुत वड्डा, पुराने समय च पिंडां दे बार बार बड़े बड़े बोर्ड हुंदे सी। अज भी चल जाओ तुसीं किते, तूतां वाला बड़ा वड्डा एक दरखत है, तूत दा, बड़े बड़े संघने दरखत हुंदे, निम, धरेक, लोग उहदी छावें बहिंदे आ। ते पुराने समय दे विच जदों लोग, अजकल तां जमाना हुण ते घरां चों नहीं कोई निकलदा, जिवें फॉरन कंट्रियां च नहीं बंदा भी गुआंढी तुहाडे कोल पता ही नहीं कई वारी। ये हुण हौली हौली साडे भी सिस्टम होई जा रिहा हौली हौली। वो दूजे तीजे दिन जाके पता लगदा फलाणे दे घर डैथ हो गई। अच्छा जी, वो चीज़ां घटदियां जा रही ने। विआहां शादियां ते भी रुखापन आई जा रहा, बंदा फॉर्मैलिटी कर रहा, वक्ती तौर पर आउंदा, बस ठीक है जी, वो चीज़ां खत्म हो गई। जिन्हों असीं अमीरी कहने, अमीरी नहीं, असीं मानसिक तौर पर गरीब होंदे जा रहे हैं। हुण लिखिआ राज माल जोबन सब शाम। शाम किदां है भला? ध्यान नाल सुनियो। दरखत है, दरखत की छावें पशु बद्धे ने, बंदे बैठे ने मंजे डाह के। एक बंदे ने अपना मंजा डाया है, पशु बद्धे ने, दूजा आण के कहंदा नहीं भाई ये जगह साडी, असीं रोज़ इत्थे बन्नदे हां। चलो हुंदी भी सी जगह, पक्की हुंदी सी भी इत्थे बन्नणे आ। दूजा कहंदा तुसीं लड़ रहे जे छां पिछे, आ वेखिओ अद्धे घंटे बाद जिथे धुप्प उत्थे छां आ जानी, जिथे छां उत्थे धुप्प आ जानी। छां पिछे लड़ रहे जे। हुण जिथे पशु बद्धे आ, जिथे छां आ, की भला वो छां सदा रहनी है? उत्थे धुप्प आ जानी मुड़ के। तुसीं लड़ किहदे पिछे रह जे? छां पिछे। इस गल नूं ध्यान नाल सुणिओ। राज, राज सदा रहिंदा। कदी बाबर, कदी औरंगजेब कहंदा सी मेरा राज है, कित्थे है? अकबर कहंदा सी मेरा है, फरक्शर कहंदा सी मेरा है, शेर शाह सूरी कहंदा सी मेरा है, हुमायूं कहंदा सी मेरा है। राज इत्थे हुण दीयां गल्लां ही कर लो। ਉਹੀ अफसर हुंदे जिहड़ा सलूट मारदे आ, राज ਉਹਦਾ ਸੀ, मुड़ के ਉਹੀ ਗੱਡੀ 'ਚ ਫੜ ਕੇ ਅੰਦਰ ਬਿਠਾਉਂਦੇ ਆ। राज माल, पैसा, पैसा संपत्ति, ਉਹ ਜ਼ਮੀਨ कदी तेरी हुंदी, ਜਦੋਂ ਉਹ ਦੂਜੇ ਕੋਲ ਚਲੀ ਜਾਂਦੀ अगला पैर नहीं पाउण ਦਿੰਦਾ ਉੱਥੇ, ਕਹਿੰਦਾ ਚੱਲ ਭਾਈ ਇਹ ਹੁਣ ਨਹੀਂ ਤੇਰੀ। ਤੇ ਜਵਾਨੀ ਜੋਬਨ, ਜਿਹੜਾ ਬੰਦਾ ਕਹੇ 10 ਕਿਲੋਮੀਟਰ ਮੈਂ ਪੈਦਲ ਤੁਰ ਲੈਣਾ, ਸਰਾਣੇ ਪਿਆ ਬਰਤਨ ਪਾਣੀ ਦਾ 10 ਕੋਹਾਂ ਤੇ ਦਿਖਦਾ ਹੈ। ਰਾਜ ਮਾਲ, राज माल जोबन सब शाम, रथ फिरंदा दिसे थाम। तो किन्ने प्यारे उपदेश सतगुरु जी ने सानू बख्शिश की है कि राज माल जोबन सब शाम, ये सब असलीयत के परछावें आ। ते अज परछावियां पिछे भरा भरा नूं मार रहे। हुण जमीन वाह रहे हैं पर असलीयत ना, ये असलीयत का परछावां है। क्योंकि परछावां किदां है? वाहण वाले चले गए, परछावां उत्थे दा उत्थे ही, परछावां घूमी जा रहे हैं। इदां परछावां घूम रहा ना, कभी दादे कोल सी, कभी पड़दादे कोल सी, कभी लकड़ दादे को आ गया, कभी हुण तेरे को आ गया, फिर ताए को चले गया, फिर चाचे को आ गया। दादियां वेचदी, पोतरियां फिर खरीद ली। परछावां घूमी जांदा ना, जब धुप्प सी उत्थे छां। जवानी भी इदां ही परछावां है। अज छाला मारदा, अज एनर्जी है, ये रहनी थोड़ा है। राज माल जोबन सब शाम, कहते रथ फिरंदा है। रथ कहते सूरज नूं, जदों ही सूरज फिरिया, हुण फिरदा सूरज थोड़ा वास्तव च घुमदी धरती है, पर इत्थे आपां कहने सूरज घुम गया। आप अपनी बोली चेंज बोलते हैं, पर वास्तव च सूरज एक जगह टिकिया, धरती घूम रही है। पर इत्थे शब्द है रथ, रथ कहते रथ फिरंदा है, पर जो ही सूरज ने अपनी दिशा बदली,
ਦਿਸੇ ਥਾਂ ਅਸਲੀ ਦਿਸ ਪਏ। ਕਿਆ ਉਹ ਚੱਲਿਓ, ਉਹ ਐਸ ਬਦਲੇ ਲੜ ਰਹੇ ਸੀ, ਆਹ ਵੇਖ ਲਓ ਇੱਥੇ ਧੁੱਪ ਆ ਗਈ ਜੀ। ਹੁਣ ਐਸ ਛਾਂ ਬਦਲੇ ਮੈਂ ਭਰਾ ਮਾਰਤਾ, ਉਹ ਧੁੱਪ ਆ ਗਈ ਜੀ। ਐਸ ਛਾਂ ਬਦਲੇ ਕਿੱਡਾ ਵੱਡਾ ਕੱਟ ਵੱਢ ਹੋ ਗਈ, ਆਹ ਵੇਖ ਲਓ ਧੁੱਪ ਆ ਗਈ ਜੀ। ਜਿੱਦਣ ਇਹ ਸਮਝ ਆ ਗਈ ਨਾ, ਮਾਫ਼ ਕਰਨਾ ਇਹ ਗੱਲ ਪੱਕੀ ਹੈ, ਅਦਾਲਤਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਜਿਹੜੇ ਇੱਕ ਪਾਣੀ ਲਗਾਉਣ ਖਣੋ ਇੱਕ ਵੱਟ ਬਦਲੇ ਭਰਾ ਨੇ ਭਰਾ ਮਾਰਿਆ ਨਾ, ਸੱਚੀ ਗੱਲ ਹੈ, ਇਹ ਲੜਾਈਆਂ ਬੰਦ ਹੋ ਜਾਣਗੀਆਂ। ਸਿਰ ਵੜਵੇਂ ਵੈਰ ਸਾਡੇ ਖਤਮ ਹੋ ਜਾਣਗੇ, ਮੁੱਕ ਜਾਣਗੇ। ਅਸੀਂ ਇਕੱਠੇ ਹੋ ਕੇ, ਦੁਸ਼ਮਣ ਨੇ ਇੱਥੋਂ ਤੇ ਫਾਇਦਾ ਉਠਾਇਆ ਹੁੰਦਾ, ਇਹ ਅੱਡੋ ਪਾਰਟੀ ਨੇ ਇਹਨਾਂ ਨੂੰ ਨੱਪਣਾ ਸੌਖਾ ਹੈ। ਉਹਨਾਂ ਕਹਿੰਦੇ ਜ਼ਮੀਨਾਂ ਦੇ ਟੁਕੜਿਆਂ ਪਿੱਛੇ ਮਰ ਰਹੇ ਨੇ ਆਪਸ ਭਰਾ। ਜਦੋਂ ਦੱਸਦੇ ਅਸੀਂ ਵੀ ਭਾਈ ਸਾਡੀ ਆਪਸ ਵਿੱਚ ਮਾੜੀ ਮੋਟ ਭਾਂਡੇ ਖੜਕਦੇ ਨੇ, ਪਰ ਅਸੀਂ ਇਕੱਠੇ ਹਾਂ। ਜਿਵੇਂ 12 ਮਿਸਲਾਂ ਆਪਸ ਵਿੱਚ ਲੜਦੀਆਂ ਸੀ, ਦੁਸ਼ਮਣ ਪੈਣ 'ਤੇ ਇਕੱਠੇ ਹੋ ਜਾਂਦੇ ਸੀ। ਗਵਾਹੀਆਂ ਨੇ ਸਾਡੇ ਕੋਲ। ਸਰਦਾਰ ਬਘੇਲ ਸਿੰਘ ਦੀ ਉਦਾਹਰਨ ਦੀ ਕੋਈ ਮਿਸਾਲ ਦੁਨੀਆ 'ਤੇ ਮਿਲਦੀ ਹੈ? ਵੇਖਣ ਨੂੰ ਲੱਗਦਾ ਸੀ ਜਿਵੇਂ ਸਾਡੇ ਨਾਲ ਬਣਦੀ ਨਹੀਂ। ਕਿੱਦਾਂ ਲੈ ਕੇ ਆਇਆ ਉੱਥੋਂ ਦਿੱਲੀੋਂ, ਪਿੱਛੇ ਲਾ ਕੇ ਹਿਸਟਰੀ ਪੜ੍ਹੋਗੇ ਤੁਹਾਨੂੰ ਸਾਰੀ ਸਮਝ ਆ ਜਾਏਗੀ। ਅੱਜ ਉਹ ਚੀਜ਼ਾਂ ਕਿਉਂ ਨਹੀਂ ਹੈਗੀਆਂ? ਕਿਉਂਕਿ ਅਸੀਂ ਧੁਰੇ ਨਾਲੋਂ ਟੁੱਟ ਗਏ। ਅਸੀਂ ਉਹ ਮੈਡੀਸਨ ਖਾਣੀ ਛੱਡ ਦਿੱਤੀ ਜਿਹੜੀ ਮੈਡੀਸਨ ਦਾ ਸਾਡਾ ਵੈਦ ਸਾਨੂੰ ਖਵਾਉਣੀ ਚਾਹੁੰਦਾ ਸੀ। ਅਸੀਂ ਕੱਚਿਆਂ ਵੈਦਾਂ ਦੇ ਕੋਲ ਚਲੇ ਗਏ। ਰੱਥ ਫਿਰੰਦਾ ਦਿਸੇ ਥਾਂ, ਕਹਿੰਦੇ ਜਦੋਂ ਰੱਥ ਫਿਰ ਗਿਆ, ਸੂਰਜ ਫਿਰ ਗਿਆ ਅੰਦਰ। ਸੂਰਜ ਕੀ ਹੈ? ਗਿਆਨ। ਪਾਣੀ 'ਚ ਜਦੋਂ ਜਿੱਥੇ ਵੀ ਸੂਰਜ ਦੀ ਗੱਲ ਆਈ ਹੈ, ਉੱਥੇ ਗੁਰੂ ਦੇ ਨਾਲ ਤਰਜੀਹ ਦਿੱਤੀ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ। ਗੁਰੂ ਨੂੰ ਸੂਰਜ ਆਖਿਆ। ਇੱਥੇ ਆਖਿਆ ਰੱਥ ਫਿਰੰਦੇ। ਜਦੋਂ ਗੁਰੂ ਗਿਆਨ ਦਾ ਸੂਰਜ ਫਿਰਿਆ, ਦਿਸਿਆ ਥਾਂ ਸਾਰੀਆਂ ਥਾਵਾਂ ਦਿਸ ਪਈਆਂ। ਮੈਂ ਪਰਛਾਵਾਂ ਪਿੱਛੇ ਲੜਦਾ ਰਿਹਾ। ਦੇਹ ਨਾ ਨਾਉ ਨਾ ਹੋਵੇ ਜ਼ਾਤ। ਫਿਰ ਸਮਝ ਆ ਗਈ ਕਿਹੜੀ ਦੇਹ ਦਾ ਮਾਣ ਕਰਦਾ, ਕਿਹੜੀ ਜਾਤ ਦਾ ਮਾਣ ਕਰਦਾ, ਮੈਂ ਕਿਹੜੇ ਉੱਚੇ ਨਾਮਣੇ ਦਾ ਮਾਣ ਕਰਦਾ। ਤੇ ਪਰਛਾਵੇਂ ਨੇ ਉੱਥੇ ਦੇ ਸਮਝ ਆ ਗਈ। ਸੂਰਜ ਦੇ ਸਾਹਮਣੇ ਦਿਨ ਚੜ੍ਹ ਗਿਆ, ਇੱਥੇ ਸਭ ਰਾਤ। ਮੈਂ ਰਾਤਾਂ ਪਿੱਛੇ ਲੜਦਾ ਰਿਹਾ, ਮੈਂ ਹਨੇਰੀਆਂ ਅਤੇ ਪਰਛਾਵਿਆਂ ਪਿੱਛੇ ਲੜਦਾ ਰਿਹਾ। ਹੁਣ ਅੱਗੇ ਹਵਨ ਕਰਨ ਲੱਗੇ ਮਹਾਰਾਜ। ਕਹਿੰਦੇ ਆਓ ਹਵਨ ਕਰੀਏ। ਹੁਣ ਆਪਾਂ ਹੁਣ ਘਰੋਂ ਬਿਮਾਰੀ ਨੂੰ ਬਾਹਰ ਕੱਢਣ ਲਈ ਇੱਕ ਹਵਨ ਕਰਨਾ। ਇਹ ਹਵਨ ਕਿਸੇ ਪੰਡਤ, ਜੋਤਸ਼ੀ, ਬਾਬੇ, ਸਿਆਣੇ ਪਾਂਦੇ ਨੇ ਨਹੀਂ ਕਰਨਾ। ਅੱਛਾ, ਇਸ ਹਵਨ ਦੀ ਸਮੱਗਰੀ ਤੁਹਾਡੇ ਅੰਦਰ ਪਈ ਆ। ਜਿਹੜੇ ਬਾਹਰ ਦੇ ਹਵਨ ਕਰਾਏ ਜਾਂਦੇ ਆ, ਉਹਦੀ ਸਮੱਗਰੀ ਬਾਹਰ ਪਈ ਆ। ਤੁਸੀਂ ਈਵਨ ਅਖੰਡ ਪਾਠ ਵੀ ਕਰਾਉਣਾ, ਅਗਲੇ ਤੁਹਾਨੂੰ ਕੁੰਭ, ਨਾਰੀਅਲ, ਜੋਤ, ਘੜਾ, ਪਤਾ ਨਹੀਂ ਕੀ ਕੁਝ ਲਿਖਾਉਂਦੇ ਆ। ਪਰ ਆੜਾ ਹਵਨ ਗੁਰੂ ਨਾਨਕ ਸਾਹਿਬ ਕਰਨ ਲਈ ਕਹਿ ਰਿਹਾ, ਇਹ ਹਵਨ ਦਾ ਸਮਾਨ ਤੁਹਾਡੇ ਅੰਦਰ ਹੀ ਪਿਆ। ਕਿਹੜਾ? ਸਾਧ ਕਰ ਸਮਦਾ, ਸੱਸੇ ਨੂੰ ਕੰਨਾ ਦੱਦਾ ਸਾਧ। ਸਾਧ ਮੀਨ ਕੀ ਚਸਕੇ, ਸਾਧ ਕਰ ਸਮਦਾ, ਚਸਕਿਆਂ ਨੂੰ। ਸਮਦਾ ਮੀਨ ਕੀ ਹੈ? ਬਾਲਣ। ਜਿਹੜਾ ਹਵਨ ਦੇ ਵਿੱਚ ਬਾਲਣ ਬਾਲਣਾ ਹੈ, ਆਪਣੇ ਚਸਕਿਆਂ ਨੂੰ ਬਾਲਣ ਬਣਾ ਕੇ ਬਾਲ ਦੇ। ਚਸਕੇ ਸੜ ਗਏ ਤੇ ਫਿਰ ਜ਼ਿੰਦਗੀ ਸਵਰ ਹੋ ਗਈ। ਚਸਕੇ ਹੀ ਤੇ ਮਾਰ ਰਹੇ ਨੇ ਬੰਦੇ ਨੂੰ। ਸਾਧ ਕਰ ਸਮਦਾ। ਤ੍ਰਿਸ਼ਨਾ ਘਿਓ ਤੇਲ, ਉਹ 'ਚ ਘਿਓ ਅਤੇ ਤੇਲ ਪੈਂਦਾ। ਆਪਣੀ ਤ੍ਰਿਸ਼ਨਾ ਨੂੰ ਘਿਓ ਅਤੇ ਤੇਲ ਬਣਾ ਕੇ ਉਸ ਹਵਨ 'ਚ ਪਾ ਦੇ। ਅਤੇ ਕਾਮ ਕ੍ਰੋਧ ਅਗਨੀ ਸਿਓ ਮੇਲ। ਕਾਮ ਅਤੇ ਕ੍ਰੋਧ ਦੀ ਅੱਗ ਹੋਵੇ। ਜਿਵੇਂ ਉੱਥੇ ਅੱਗ ਬਲਦੀ, ਕਾਮ ਅਤੇ ਕ੍ਰੋਧ ਨੂੰ ਅੱਗ ਦੀ ਤਰ੍ਹਾਂ ਸਾੜ ਦੇ। ਕਹਿੰਦੇ ਹੋਮ ਜਗ, ਹੋਮ ਹਵਨ ਜਗ ਜਿਹੜੇ ਲੰਗਰ ਲੱਗਦੇ ਅਰ ਪਾਠ ਪੁਰਾਣ। ਸਾਡੇ ਵਾਸਤੇ ਇਹੋ ਹੀ ਹਵਨ ਵਾ, ਇਹੋ ਹੀ ਜਗ ਵਾ, ਇਹੋ ਹੀ ਪਾਠਾਂ ਦਾ ਪ੍ਰਾਣ ਆ। ਕੀ? ਜੋ ਤੁਸ ਭਾਵੈ ਸੋ ਪ੍ਰਵਾਨ। ਮਾਲਕ ਜੀ, ਜੋ ਤੁਹਾਨੂੰ ਚੰਗਾ ਲੱਗਦਾ ਉਹ ਸਾਨੂੰ ਵੀ ਚੰਗਾ ਲੱਗ ਜਾਏ। ਦੱਸੋ ਹੁਣ ਇਸ ਹਵਨ ਦੇ ਵਿੱਚੋਂ ਜੋ ਸਮੱਗਰੀ ਪੈਣੀ ਹੈ, ਬਾਹਰੋਂ ਲੈਣ ਦੀ ਲੋੜ ਹੈਗੀ, ਸਾਰੀ ਤੁਹਾਡੇ ਅੰਦਰ ਪਈ ਹੈ। ਅਤੇ ਅਖੀਰ 'ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤਪ ਕਾਗਦ। ਤਪ ਮੀਨਿੰਗ ਸੇਵਾ, ਉਦਮ ਦੀ ਸੇਵਾ। ਕਾਗਦ ਮੀਨਿੰਗ ਪੇਪਰ। ਹੇ ਮੇਰੇ ਮਾਲਕ ਜੀ, ਮੈਂ ਆਪਣੇ ਉਦਮ ਨੂੰ, ਆਪਣੀ ਕਰਨੀ ਨੂੰ, ਆਪਣੇ ਕਰੈਕਟਰ ਨੂੰ ਪੇਪਰ ਬਣਾ ਲਿਆ। ਤੇਰਾ ਨਾਮ ਨਿਸ਼ਾਨ ਅਤੇ ਤੇਰਾ ਨਾਮ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਇਹ ਉੱਤੇ ਰਾਹਦਾਰੀ ਪਾ ਲਈ ਆ। ਤਪ ਕਾਗਦ ਤੇਰਾ ਨਾਮ ਨਿਸ਼ਾਨ। ਅਤੇ ਜਿਨ ਕੋ ਲਿਖਿਆ ਇਹ ਨਿਦਾਨ, ਜਿਨ੍ਹਾਂ ਨੂੰ ਲਿਖਿਆ ਹੋਇਆ ਇਹ ਨਿਦਾਨ, ਇਹ ਖਜ਼ਾਨਾ ਮਿਲ ਗਿਆ, ਜਿਨ੍ਹਾਂ ਨੇ ਇਹ ਪੱਤਰ ਪ੍ਰਾਪਤ ਕਰ ਲਿਆ, ਸੇ ਧਨਵੰਤ ਦਿਸਿਆ ਕਰ ਜਾਏ। ਉਹ ਧਨ ਵਾਲੇ ਹੁੰਦੇ। ਫਿਰ ਕਿਹੜੇ ਧਨ ਵਾਲੇ ਭਲਾ? ਉਹ ਗੁਣਾਂ ਦੇ ਧਨ ਵਾਲੇ ਹੁੰਦੇ ਆ। ਉਹ ਗੁਣਾਂ ਦੇ ਧਨ ਵਾਲੇ ਹੁੰਦੇ ਜਿਹਦੇ ਬਾਰੇ ਹਮ ਧਨਵੰਤ ਭਾਗੜ ਸੱਚ ਨਾਏ, ਹਰ ਗੁਣ ਗਾਵੇਂ ਸਹਿ ਸੁਭਾਏ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਉਹ ਧਨਵੰਤ ਸੇ ਧਨਵੰਤ ਦਿਸੇ ਕਰ ਜਾਏ। ਤੇ ਨਾਨਕ ਜਨਨੀ ਧੰਨੀ ਮਾਏ। ਹੇ ਨਾਨਕ, ਉਹਨਾਂ ਦੀ ਜਨਨੀ ਜਿਹੜੀ ਆ ਨਾ, ਜਨਨੀ ਜਨਮ ਦੇਣ ਵਾਲੀ ਮਾਂ ਵੀ ਧਨ ਹੋ ਗਈ। ਅਤੇ ਮਤ ਰੂਪੀ ਮਾਂ ਜਿਹਨੇ ਐਸੇ ਸੋਹਣੇ ਮਨ ਨੂੰ ਜਨਮ ਦਿੱਤਾ, ਉਹ ਵੀ ਧਨ ਹੋ ਗਈ।
ਫਿਰ ਤਾਂ ਲੋਕਾਂ ਨੇ ਉਹਦੀ ਮਾਂ ਨੂੰ ਵੀ ਕਹਿਣਾ ਧੰਨ ਭਾਈ ਉਹ ਭਾਗਾਂ ਵਾਲੀ ਮਾਂ ਜਿਹਨੇ ਜਨਮ ਦਿੱਤਾ। ਬੱਚਾ ਜਦੋਂ ਕੋਈ ਕੰਮ ਚੰਗੇ ਕੰਮ ਕਰਦਾ ਲੋਕ ਮਾਂ ਨੂੰ ਧੰਨ ਕਹਿੰਦੇ, ਕੁੱਖ ਧੰਨ ਹੈ ਜਿਹਨੇ ਐਸੇ ਹੋਣਹਾਰ ਪੁੱਤ ਧੀ ਨੂੰ ਜਨਮ ਦਿੱਤਾ ਹੈ। ਅਤੇ ਜਦੋਂ ਮਨ ਚੰਗੇ ਕੰਮ ਕਰੂ ਤੇ ਮੱਤ ਨੂੰ ਧੰਨ ਕਿਉਂ ਨਹੀਂ ਆਖਣਗੇ, ਮਾਤਾ ਮਤ ਪਿਤਾ ਸੰਤੋਖ। तो इस करके ऐसा दारू खाहें गवार जित खाते तेरे जाहें विकार। आओ ऐसा दारू खाइए जिन्हों खाण नाल साडे अंदर दे विकार, साडे अंदर दी बुराई दूर हो सके। जित खाते तेरे जाहें विकार। तो आओ इस मैडिसन नूं खाण दा की तरीका है, तुहाडे अंदर ही पई है, साडे अंदर ही पई है। मैं अपने अंदरों ये मैडिसन लैनी है, किहनूं पुछ के, मेरा वैद गुरु गोबिंदा हर हर नाम औखद मुख देवे काटे जम की फंदा। धन्नवाद सारिਆਂ ਦਾ जी। 1257 नंबर अंक ते मलार राग का शब्द गुरु नानक साहब जी का पढ़ो, विचारो, समझो तो अपनी जिंदगी को खूबसूरत बनाइए। सारिਆਂ ਦਾ धन्नवाद। फतेह बुलाओ जी। वाहिगुरू जी का खालसा, वाहिगुरू जी की फतेह।